ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਗਰਮੀ ਬਹੁਤ ਹੈ, 39 ਡਿਗਰੀ ਯਾਨੀ ਕਿ 39 ਡਿਗਰੀ ਤਾਪਮਾਨ ਲੰਘੇ ਕੱਲ੍ਹ ਸੀ। ਯਾਨੀ ਕਿ ਇਸ ਮਾਰਚ ਮਹੀਨੇ ਦਾ ਇਹ ਐਤਵਾਰ ਜਿਹੜਾ ਕਿ ਲੰਘੇ ਕੱਲ੍ਹ ਸੀ, ਇਹ ਸਭ ਤੋਂ ਵੱਧ ਤੱਤਾ ਸੀ। 29 ਤਰੀਕ ਤੋਂ ਪੰਜਾਬ ਦੇ ਵਿੱਚ ਤੱਤੀ ਹਵਾ ਚੱਲਣੀ ਸ਼ੁਰੂ ਹੋ ਜਾਣੀ ਆ। ਲੂੰਦੀ ਹੋਈ ਹਵਾ ਜਿਹੜੀ ਉਹ ਤੁਹਾਨੂੰ ਅਗਲੇ ਕਈ ਮਹੀਨਿਆਂ ਦੇ ਵਿੱਚ ਪਰੇਸ਼ਾਨ ਕਰੂ। ਮੈਂ ਨਹੀਂ ਕਹਿੰਦਾ, ਮੌਸਮ ਵਿਭਾਗ ਕਹਿੰਦਾ। ਤੇ ਬਾਕੀ ਇਹ ਆ ਵੀ ਕੁਦਰਤ ਦੇ ਮੂਹਰੇ ਜ਼ੋਰ ਚੱਲਿਆ ਕਦੋਂ ਆ ਤੇ ਹੁਣ ਚੱਲਣਾ ਕਿੱਥੇ ਆ। ਇਹ ਮੀਂਹ, ਹਨੇਰੀਆਂ, ਝੱਖੜ, ਚੁੱਲ੍ਹੇ ਪਤਾ ਨਹੀਂ ਕਦੋਂ ਆ ਜਾਣ। ਮੌਸਮ ਵਿਭਾਗ ਕੁਛ ਹੋਰ ਕਹਿੰਦਾ ਰਹਿ ਜਾਂਦਾ, ਨਿਕਲਦਾ ਵਿੱਚੋਂ ਕੁਛ ਹੋਰ ਹੈ। ਪਤਾ ਉਦੋਂ ਲੱਗਦਾ ਜਦੋਂ ਬਿੱਲੀ ਥੈਲਿਓਂ ਬਾਹਰ ਆ ਜਾਂਦੀ ਹੈ। ਕੋਈ ਕੁਦਰਤ ਦਾ ਥਾਂ ਨਹੀਂ ਪਾ ਸਕਿਆ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਖਬਰਾਂ ਦੇ ਉੱਤੇ ਵੀ ਤੇ ਬਹੁਤ ਸਾਰੇ ਹੋਰ ਵਿਸ਼ਿਆਂ ਦੇ ਉੱਤੇ ਵੀ। ਤੇ ਪਹਿਲਾਂ ਹਰਮਨ ਜੀ ਦਾ ਸਵਾਗਤ ਕਰਦੇ ਆ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਹੀ ਵਧੀਆ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ ਆ, ਗੁਲਜ਼ਾਰ ਆ ਪੂਰੀ। ਮੌਸਮ ਦਾ ਤੁਸੀਂ ਵੇਰਵਾ ਪੇਸ਼ ਕਰਤਾ ਜੀ, ਬਿਲਕੁਲ ਦੱਸ ਦਿੱਤਾ। ਕਿੰਨੀ ਗਰਮੀ, ਕਿੰਨੀ ਹਵਾ ਚੱਲਣੀ ਹੈ, ਕਿੰਨੀ ਗਰਮ ਹਵਾ ਚੱਲਣੀ ਹੈ, ਕਿੰਨੀ ਜ਼ਿਆਦਾ ਤਬਦੀਲੀ ਆ ਗਈ ਹੈ। ਹੁਣ ਮੈਂ ਮੌਸਮ ਦੀ ਹਾਲ ਬਿਆਨੀ ਨਾ ਪੁੱਛਾਂ? ਨਹੀਂ, ਫਿਰ ਦੁਹਰਾ ਹੋ ਜਾਣਾ ਨਾ। ਹੁਣ ਬਹੁਤ ਹੈ, ਇੱਕ ਜਣੇ ਤੇ ਯਕੀਨ ਕਰ ਲਈਦਾ ਤੇ ਜੇ ਦਰਸ਼ਕ ਵੀ ਕਰ ਲੈਂਦੇ ਆ। ਜੇ ਮੈਂ ਹਰ ਰੋਜ਼ ਪੁੱਛਦੀ ਆ ਤਾਂ ਅੱਜ ਮੈਨੂੰ ਕਿਉਂ ਨਹੀਂ ਪੁੱਛਣ ਦਾ ਮੌਕਾ ਦਿੱਤਾ ਗਿਆ? ਵੈਸੇ ਮੈਂ ਕਿਹਾ ਕੋਈ ਨਿਊ ਸਟਾਈਲਸ ਜਾਂ ਤੁਸੀਂ ਠੀਕ ਹੋ? ਜਾਂ ਤੁਸੀਂ ਕਿੱਥੋਂ ਅੱਜ ਕੱਲ ਅੰਗਰੇਜ਼ੀ ਦੀਆਂ ਕਲਾਸਾਂ ਲੈ ਰਹੇ? ਮੈਂ ਤਾਂ ਵੈਸੇ ਵੇ ਨਾ ਹੁੰਨਾ ਵੀ ਤੁਸੀਂ ਮੈਨੂੰ ਫੜਦੇ ਕਿ ਨਹੀਂ, ਟੋਕਦੇ ਕਿ ਨਹੀਂ। ਜੀ। ਨਹੀਂ ਤਾਂ ਨਿਊ ਸਟਾਈਲ ਥੋੜੀ ਹੁੰਦਾ। ਇਹ ਹੁੰਦਾ ਵੀ ਵੱਖਰਾ ਅੰਦਾਜ਼, ਨਵਾਂ ਤਰੀਕਾ ਜੀ। ਹਾਂ। ਤੇ ਹੁਣ ਚਾਹੀਦਾ ਵਿਚਾਰ ਵੀ ਪੇਸ਼ ਕਰ ਦਿਓ। ਪਹਿਲਾਂ ਤੁਸੀਂ ਨਾ, ਪਹਿਲਾਂ ਤੁਸੀਂ। ਲਓ ਜੀ, ਹੁਣ ਗੌਰ ਨਾਲ ਸੁਣਿਓ ਕਿ ਸਿੱਖਿਆ ਇੱਕ ਇਹੋ ਜਿਹਾ ਦਰਖਤ ਹੈ ਜਿਹੜਾ ਦਿਲ ਦੇ ਵਿੱਚ ਉਗਦਾ, ਦਿਮਾਗ ਦੇ ਵਿੱਚ ਪਲਦਾ ਤੇ ਜ਼ੁਬਾਨ ਦੇ ਨਾਲ ਫਲ ਦਿੰਦਾ। ਵਾਹ। ਯਾਨੀ ਕਿ ਸਿੱਖਿਆ ਜਿਹੜੀ ਇਹ ਘਟਾ ਕੇ ਨਹੀਂ ਦੇਖਣੀ ਚਾਹੀਦੀ। ਹਰ ਬੰਦਾ ਸਿੱਖਿਆ ਵੱਧ ਤੋਂ ਵੱਧ ਹਾਸਲ ਕਰੇ, ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ। ਪੁੱਠਾ ਸਿੱਧਾ ਨਹੀਂ, ਬਿਲਕੁਲ ਸਹੀ ਤਰੀਕੇ ਵਾਲਾ। ਸੋ ਜਿੰਨੀਆਂ ਵੱਧ ਕਿਤਾਬਾਂ ਪੜ੍ਹੋਗੇ ਓਨੇ ਹੀ ਅੰਦਰੋਂ ਨਿਖਰੋਗੇ। ਪੜ੍ਹ ਪੁਸਤਕ ਢੇਰ ਕੁੜੇ ਨਹੀਂ ਮੇਰਾ ਵਾਧਾ ਜਾਵੇ ਹਨੇਰ ਕੁੜੇ, ਇਦਾਂ ਦੀ ਗੱਲ ਵੀ ਨਹੀਂ ਹੋਣੀ ਚਾਹੀਦੀ। ਕਿਉਂਕਿ ਕਈ ਸੱਜਣ ਕਿਤਾਬਾਂ ਪੜ੍ਹਦੇ ਆ ਪਰ ਪੜ੍ਹ ਕੇ ਕਿਹੜੇ ਪਾਸੇ ਖੱਲੀ ਖੂੰਜੀ ਲਾਤੀਆਂ ਇਹ ਵੀ ਨਹੀਂ ਪਤਾ ਲੱਗਦਾ। ਸੋ ਕਿਤਾਬਾਂ ਤੋਂ ਬਿਨਾਂ ਮਨੁੱਖ ਦੀ ਜ਼ਿੰਦਗੀ ਅਧੂਰੀ ਹੈ। ਤੇ ਮੈਨੂੰ ਇਹ ਨਹੀਂ ਕਹਿਣਾ ਵੀ ਕਿਹੜੀ ਕਿਤਾਬ ਪੜ੍ਹੀ ਹੈ। ਮੈਂ ਬਹੁਤ ਵਾਰੀ ਦੱਸਿਆ ਕਿ ਬਲਵੰਤ ਗਾਰਗੀ ਦੀਆਂ ਸਾਰੀਆਂ ਪੜ੍ਹ ਲਓ ਜੀ। ਤੁਸੀਂ ਕਹਿ ਦਿੰਦੇ ਹੁੰਦੇ ਕਈ ਵਾਰ। ਹਾਂਜੀ, ਚੰਗੀ ਗੱਲ ਹੈ। ਚੰਗੀਆਂ ਕਿਤਾਬਾਂ ਪੜ੍ਹੋ, ਬਿਲਕੁਲ। ਵੱਧ ਤੋਂ ਵੱਧ ਚੰਗੀਆਂ ਕਿਤਾਬਾਂ ਪੜ੍ਹੋ, ਵੱਧ ਤੋਂ ਵੱਧ ਚੰਗੇ ਗੀਤ ਸੁਣੋ। ਕਿਉਂਕਿ ਮਾੜੇ ਗੀਤ ਸੁਣਨਾ ਤੇ ਮਾੜੀਆਂ ਕਿਤਾਬਾਂ ਪੜ੍ਹਦੀਆਂ ਮਤਲਬ ਐਵੇਂ ਊਟ ਪਟਾਂਗ ਜਿਹਾ ਲਿਖਿਆ ਪੜ੍ਹਨਾ, ਉਹਦੇ ਨਾਲੋਂ ਤਾਂ ਕਿਨਾਰਾ ਕੀਤਾ ਚੰਗਾ। ਬਹੁਤ ਸਾਰੇ ਮਹਾਨ ਸਾਡੇ ਸਾਹਿਤਕਾਰ ਹੋਏ ਆ, ਬੜੇ ਮਹਾਨ ਸਾਡੇ ਗਾਇਕ ਹੋਏ ਆ ਤੇ ਹਨ ਵੀ। ਤੇ ਉਹਨਾਂ ਨੂੰ ਸੁਣੋ ਤੇ ਉਹਨਾਂ ਨੂੰ ਪੜ੍ਹੋ, ਵੱਧ ਤੋਂ ਵੱਧ ਅੰਦਰ ਨਿਖਾਰ ਆਏਗਾ। ਟਾਣਾ ਸਾਹਿਬ, ਅੱਜ ਕੀ ਹੋਇਆ? ਕਿਉਂ? ਵੈਸੇ ਇਹ ਜਿਹੜਾ ਵੀਕਐਂਡ ਨਿਕਲ ਕੇ ਗਿਆ, ਜਿਹੜਾ ਹਫਤੇ ਦਾ ਅਖੀਰਲੇ ਦਿਨ ਜਿਹੜੇ ਨਿਕਲ ਕੇ ਗਏ ਨੇ, ਉਹਦੇ ਵਿੱਚ ਕੀ ਇਹੋ ਜਿਹਾ ਖਾ ਪੀ ਲਿਆ, ਕੀ ਇਹੋ ਜਿਹਾ ਹੋ ਗਿਆ ਕਿ ਆਪਾਂ ਕਿਤੇ ਰੁਕ ਹੀ ਨਹੀਂ ਰਹੇ ਅੱਜ? ਠਾ 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 ਠਾ। ਚਲੋ, ਮੈਂ ਹੁਣ ਖਿਆਲ ਰੱਖੂੰਗਾ। ਆਪਾਂ ਖਬਰ ਦੀ ਖਬਰ 'ਚ ਨਹੀਂ ਆ, ਆਪਾਂ ਚੱਜ ਦਾ ਵਿਚਾਰ 'ਚ ਆ। ਉਹ ਵੀ ਆਪਣਾ ਪਰਿਵਾਰਕ ਪ੍ਰੋਗਰਾਮ ਹੈ। ਉਹ ਤਾਂ ਹੈ ਹੀ ਹੈ, ਮੈਂ ਤਾਂ ਕਹਿ ਰਹੀ ਆ, ਪਰ ਉਹਦੇ 'ਚ ਮੈਂ ਨਹੀਂ ਹੁੰਦੀ। ਇਹ ਤੇ ਮੈਂ ਆ। ਅਗਲੀ ਗੱਲ ਕਰੋ, ਆਪਣਾ ਹਿੱਸਾ ਪੇਸ਼ ਕਰੋ। ਹੁਣ ਦੇਖੋ, ਗੱਲ ਹੈਗੀ ਏਦਾਂ ਟਾਣਾ ਸਾਹਿਬ ਕਿ ਜਿਹੜੀਆਂ ਕਿਤਾਬਾਂ ਨੇ ਉਹ ਬੰਦੇ ਦੀਆਂ ਮਿੱਤਰ ਨੇ, ਆਪਾਂ ਹਮੇਸ਼ਾ ਇਹ ਕਹਿੰਦੇ। ਪਰ ਮੈਨੂੰ ਨਾ ਲੋਕਾਂ ਤੇ ਬੜੀ ਹੈਰਾਨੀ ਹੁੰਦੀ ਹੈ ਜਿਹੜੇ ਕਿਤਾਬਾਂ ਪੜ੍ਹ ਕੇ ਉਹਨਾਂ 'ਚ ਹਲੀਮੀ ਆਉਣ ਦੀ ਥਾਂ ਦੇ ਉੱਪਰ ਹੰਕਾਰ ਆ ਜਾਂਦਾ ਹੈ। ਕਿਤਾਬਾਂ ਕਦੇ ਵੀ ਹੰਕਾਰ ਨਹੀਂ ਸਿਖਾਉਂਦੀਆਂ। ਹਾਂਜੀ ਜੀ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਪੇਸ਼ ਕਰੀਏ। ਮਾੜਾ ਜਿਹਾ ਬੋਲ ਪਾ। ਹਾਂਜੀ। ਸਾਡੇ ਨਾ ਪ੍ਰਿੰਸੀਪਲ ਸਾਹਿਬ ਹੁੰਦੇ ਸੀ ਖਾਲਸਾ ਸਕੂਲ ਦੇ ਵਿੱਚ ਫਰੀਦਕੋਟ, ਜਨਾਬ ਤੇਜਿੰਦਰ ਸਿੰਘ ਸੇਠੀ ਸਾਹਿਬ। ਉਹਨਾਂ ਨੇ ਕੁਝ ਕੁ ਮੈਨੂੰ ਸਤਰਾਂ ਸਿਖਾਈਆਂ ਸੀ ਅੰਗਰੇਜ਼ੀ ਦੇ ਵਿੱਚ। ਆਉਣ ਦਿਓ। ਬੁੱਕਸ ਹੈਵ ਟੂ ਬੀ ਰੀਡ, ਇਟ ਇਜ਼ ਦਾ ਓਨਲੀ ਵੇ ਆਫ ਡਿਸਕਵਰਿੰਗ ਵਟ ਦੇ ਕੰਟੇਨ। ਵੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ। ਕਮਾਲ ਕਰਤੀ। ਥੈਂਕ ਯੂ। ਕੁਛ ਬਣੋਗੇ ਵੱਡੇ ਹੋ ਕੇ ਤੁਸੀਂ। ਯੋ। ਹਾਂ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਸਾਂਝਾ ਕਰਦੇ ਆ। ਮੇਰਾ ਚਾਹੀਦਾ ਵਿਚਾਰ ਬੜਾ ਸਿੱਧਾ ਸਾਦਾ ਟਾਣਾ ਸਾਹਿਬ। ਕਹਿੰਦੇ ਆ ਕਿ ਜ਼ਿੰਦਗੀ ਨੂੰ ਜੇਕਰ ਖੂਬਸੂਰਤ ਬਣਾਉਣਾ ਤੇ ਇਹਦੇ ਵਿੱਚ ਚੰਗੇ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ ਚੰਗੇ ਵਿਚਾਰ ਕਿਵੇਂ ਆਉਣਗੇ? ਜੇਕਰ ਚੰਗਿਆਂ ਦੀ ਹੀ ਅਸੀਂ ਸੰਗਤ ਕਰਾਂਗੇ ਤੇ ਉਹਨਾਂ ਚੰਗਿਆਂ ਦੇ ਵਿੱਚ ਇੱਕ ਕਿਤਾਬਾਂ ਵੀ ਨੇ। ਬਿਲਕੁਲ ਸਹੀ ਗੱਲ ਆ। ਚੰਗਿਆਂ ਦੀ ਵੱਧ ਤੋਂ ਵੱਧ ਸੰਗਤ ਕਰੋ ਤੇ ਮਾੜਿਆਂ ਤੋਂ ਵੱਧ ਕਿਨਾਰਾ ਕਰੋ ਜੀ। ਉਹਦਾ ਕਾਰਨ ਇਹ ਹੈ ਕਿ ਮਨੁੱਖ ਜਿੰਨੀ ਮਰਜ਼ੀ ਜ਼ਿੰਦਗੀ ਜਿਉਂਦਾ ਹੋਵੇ, ਉਹਦਾ ਅੱਧਾ ਹਿੱਸਾ ਅਸਫਲ ਤੇ ਨਾ ਪੱਖੀ ਲੋਕਾਂ ਤੋਂ ਬਚਾਅ ਦੇ ਵਿੱਚ ਕੱਢ ਦਿੰਦਾ ਜੀ। ਬਿਲਕੁਲ। ਪਰ ਜੇਕਰ ਅਸੀਂ ਨਹੀਂ ਕੱਢਦੇ ਤਾਂ ਇਹ ਵੀ ਮਾੜੀ ਗੱਲ ਆ। ਪਹਿਲੀ ਗੱਲ ਤਾਂ ਉਹ ਵੀ ਸੁਧਰ ਜਾਣ ਜਿਹੜੇ ਕਿ ਨਾ ਪੱਖੀ ਖਬਰਾਂ ਫੈਲਾਉਂਦੇ ਆ। ਜੇ ਸਵਾਦ ਲੈਣੇ ਉਹ ਹੈਗੇ ਹੀ ਆ ਤੇ ਫਿਰ ਕੋਈ ਗੱਲ ਨਹੀਂ, ਆਪਾਂ ਕਿਨਾਰਾ ਕਰ ਲਈਏ। ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰਨ ਵਾਲਾ। ਬਸ ਇਹੀ ਨਹੀਂ ਵੀ ਉਹ ਕੀ ਕਰਦੀ ਆ, ਉਹ ਕੀ ਕਰਦਾ, ਇਹਨੇ ਐ ਨਹੀਂ ਕੀਤਾ, ਉਹਨੇ ਉਹ ਨਹੀਂ ਕੀਤਾ, ਆ ਗੱਲਾਂ ਨਹੀਂ ਕੁਝ ਵੀ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਸਵੇਰੇ ਅੱਜ ਜਦੋਂ ਆਏ ਆ ਸਕੂਟਰੀ ਦੇ ਵਿੱਚ ਤੇਲ ਕਿੰਨਾ ਕੁ ਸੀਗਾ?
ਮੈਂ ਤਾਂ ਪਰਸੋਂ ਚੌਥੀ ਫੁੱਲ ਕਰਾਈ ਹੈ ਟੈਂਕੀ ਉਹਦੀ ਓ। ਪੂਰੀ ਭਰਵਾਈ ਹੈ। ਕਾਫੀ ਤੁਸੀਂ ਮੁਨਾਫਾ ਖੱਟਿਆ। ਨਹੀਂ ਟਾਣਾ ਸਾਹਿਬ, ਅੱਛਾ ਮੁਨਾਫਾ ਖੱਟਿਆ ਕਿਵੇਂ? ਕਿਉਂਕਿ 3-4 ਦਿਨਾਂ ਦੇ ਵਿੱਚ ਕਾਫੀ ਤੇਲ ਮਹਿੰਗਾ ਹੋਇਆ। ਨਹੀਂ ਜਦੋਂ ਤੱਕ 3-3.5 ਰੁਪਏ ਲੀਟਰ ਪੈਟਰੋਲ ਹੋ ਗਿਆ ਮਹਿੰਗਾ ਇਹਨਾਂ 2-3 ਦਿਨਾਂ ਦੇ ਵਿੱਚ। ਜਦੋਂ ਤੱਕ ਮੈਂ ਭਰਵਾਈ ਸੀ ਟੈਂਕੀ ਉਦੋਂ ਅੱਗੇ ਹੀ 2 ਰੁਪਏ ਕੁਝ ਪੈਸੇ ਮਹਿੰਗਾ ਹੋ ਚੁੱਕਿਆ ਸੀ ਤੇ ਮੈਨੂੰ ਪਤਾ ਸੀ ਜਿਹੜੀ ਰਫ਼ਤਾਰ ਨਾਲ ਮਹਿੰਗਾ ਹੋ ਰਿਹਾ ਹੈ ਇਹ ਅੱਗੇ ਹੋਰ ਜ਼ਿਆਦਾ ਮਹਿੰਗਾ ਹੋਈ ਜਾਊਗਾ। ਨਾਲੇ ਮੁੱਕ ਗਿਆ ਸੀ ਟੈਂਕੀ 'ਚ ਤੇਲ ਤੇ ਭਰਵਾਉਣਾ ਹੀ ਪੈਣਾ ਸੀ, ਚਾਹੇ ਉਹ 100 ਰੁਪਏ ਨੂੰ ਲੀਟਰ ਹੋਵੇ, ਚਾਹੇ 150 ਨੂੰ ਲੀਟਰ ਹੋਵੇ, ਚਾਹੇ 200 ਨੂੰ ਲੀਟਰ ਹੋਵੇ, ਕਿਉਂਕਿ ਸਾਡੇ ਲੋਕਾਂ ਨੇ ਕਿਹੜਾ ਬੋਲਣਾ ਹੁੰਦਾ ਹੈ, ਕਿਸਾਨ ਬੋਲਣਗੇ ਬਸ। ਅਸੀਂ ਥੋੜੀ ਤੇਲ ਪਵਾਉਂਦੇ ਆ, ਕੱਲੇ ਉਹੀ ਬੋਲਣਗੇ ਜਾਂ ਕੱਲੇ ਪੱਤਰਕਾਰ ਬੋਲਣਗੇ। ਅਸੀਂ ਫੇਸਬੁੱਕ ਹੀ ਵਿਦਵਾਨ ਬਣਾਂਗੇ ਬਸ। ਬਿਲਕੁਲ ਸਹੀ, ਉੱਥੇ ਬੈਠ ਕੇ ਗੱਲ ਕਰਾਂਗੇ। ਕਿਉਂਕਿ ਗੱਲ ਇਹ ਅਸਲ ਦੇ ਵਿੱਚ ਬਈ ਰੂਸ ਨੇ ਹਮਲਾ ਕੀਤਾ ਯੂਕਰੇਨ ਦੇ ਉੱਤੇ। ਹੁਣ ਤਾਂ ਚਲੋ ਇਸ ਗੱਲ ਦਾ ਬਹਾਨਾ ਬਣ ਗਿਆ ਵੀ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਉੱਤੇ ਹੋਊਗੀਆਂ। ਪਰ ਜਦੋਂ ਨਹੀਂ ਸੀ ਹਮਲਾ ਹੋਇਆ ਸਾਡੇ ਉੱਤੇ ਤਾਂ ਉਦੋਂ ਵੀ ਹੁੰਦਾ ਸੀ। ਸਾਡੀ ਜੇਬ ਤੇ ਹਮਲਾ ਕਦੋਂ ਨਹੀਂ ਹੋਇਆ? ਕਦੋਂ ਸਾਡੀ ਜੇਬ ਦਾ ਖਿਆਲ ਕੀਤਾ ਗਿਆ? ਸਾਨੂੰ ਕਹਿੰਦੇ ਮੁਫਤ ਦੇ ਵਿੱਚ ਟੀਕਾ ਲਾਉਨੇ ਕਰੋਨਾ ਵਾਲਾ, ਤੇ ਜਿਹੜੇ ਪੈਟਰੋਲ ਪੰਪ ਦੇ ਉੱਤੇ ਹੱਸਦੇ ਚਿਹਰੇ ਵਾਲੀ ਫੋਟੋ ਲੱਗੀ ਹੁੰਦੀ ਆ ਉਸੇ ਥਾਂ ਦੇ ਉੱਤੇ 100 ਰੁਪਏ ਲੀਟਰ ਪਹਿਲਾਂ ਪੈਟਰੋਲ ਮਿਲਦਾ ਰਿਹਾ। ਉਦੋਂ ਯੁੱਧ ਵੀ ਨਹੀਂ ਸੀ ਲੱਗਾ, ਉਦੋਂ ਕੁਝ ਨਹੀਂ ਸੀ ਹੋਇਆ। ਤੇ ਹੁਣ ਜਦੋਂ ਹਟ ਗਿਆ ਯੁੱਧ, ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਫਿਰ ਘਟ ਗਈ, ਤਾਂ ਕੀ ਅਸੀਂ ਫਿਰ ਇਹਨੂੰ 85 ਤੇ 87 ਰੁਪਈਆਂ ਤੇ ਲਿਆਵਾਂਗੇ? ਉਦੋਂ ਇਸ ਭਾਅ ਫਿਰ ਮਿਲੂਗਾ? ਨਹੀਂ। ਉਦੋਂ ਕਹਿਣਗੇ ਸੂਬਾਈ ਸਰਕਾਰਾਂ ਆਪਣੇ ਹਿੱਸੇ ਦਾ ਭਾਅ ਘਟਾ ਲੈਣ, ਟੈਕਸ ਘਟਾ ਲੈਣ, ਤੇ ਸੂਬੇ ਦੀਆਂ ਸਰਕਾਰਾਂ ਕਹਿਣਗੀਆਂ ਕੇਂਦਰ ਦੀ ਸਰਕਾਰ ਦਾ ਫਰਜ਼ ਹੈ ਇਹ ਆਪਣੇ ਹਿੱਸੇ ਦਾ ਟੈਕਸ ਘਟਾ ਦੇਣ। ਤੇ ਲੋਕ ਫੁੱਟਬਾਲ ਵਰਗੇ ਆ, ਇਧਰੋਂ ਵੱਜੀ ਠੁੱਟ ਤੇ ਉਧਰ ਤੇ ਉਧਰੋਂ ਵੱਜੀ ਠੁੱਟ ਤੇ ਉਧਰ, ਵਿਚਾਰੇ ਰੁੱਟਦੇ ਫਿਰਨਗੇ। ਪਰ ਗੱਲ ਇਹ ਹੈ ਟਾਣਾ ਸਾਹਿਬ, ਮੈਨੂੰ ਇਸ ਬਾਰੇ ਪੂਰੀ ਜਾਣਕਾਰੀ ਤਾਂ ਨਹੀਂ, ਚਲੋ ਮੈਂ ਤੁਹਾਡੇ ਤੋਂ ਪੁੱਛ ਲੈਣੀ ਆ, ਹੋ ਸਕਦਾ ਮੇਰੀ ਜਾਣਕਾਰੀ 'ਚ ਵਾਧਾ ਹੋ ਜਾਵੇ ਕਿ ਹੁਣ ਤਾਂ ਇਹ ਸਮਝ ਆਉਂਦਾ ਹੈ ਕਿ ਯੂਕਰੇਨ ਤੇ ਰੂਸ ਦਾ ਕਰਕੇ ਜਿਹੜੇ ਭਾਅ ਵੱਧ ਗਏ, ਪਰ ਭਾਅ ਵਧਣ ਤੋਂ ਬਾਵਜੂਦ ਵੀ ਕੀ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਆਪਣੇ ਹਿੱਸੇ ਦਾ ਜਿਹੜਾ ਟੈਕਸ ਆ ਉਹ ਘਟਾ ਨਹੀਂ ਸਕਦੇ? ਬਿਲਕੁਲ ਘਟਾ ਸਕਦੇ ਆ, ਜਿੰਨਾ ਵੀ ਇਹ ਚੋਣ ਘਟਾ ਸਕਦੇ ਆ। ਪਰ ਫਿਰ ਕਹਿਣਗੇ ਅਸੀਂ ਖਜ਼ਾਨੇ 'ਚ ਪੈਸੇ ਕਿਵੇਂ ਆਉਣਗੇ? ਜੇ ਅਸੀਂ ਇਹ ਘਟਾਤਾ, ਇਹਨਾਂ ਕੋਲੇ ਬਹਾਨਾ ਹੋਣਾ, ਫਿਰ ਲੋਕ ਪੱਖੀ ਸਕੀਮਾਂ ਕਿਵੇਂ ਚੱਲਣਗੀਆਂ, ਫਿਰ ਵਿਕਾਸ ਕਿਵੇਂ ਹੋਊਗਾ? ਤੇ ਤੁਹਾਨੂੰ ਪਤਾ ਹੀ ਵੀ ਵਿਕਾਸ ਠਾਠਾ ਮਾਰੀ ਜਾਂਦਾ ਚਾਰੇ ਪਾਸੇ। ਪਰ ਗੱਲ ਇਹ ਹੈ ਟਾਣਾ ਸਾਹਿਬ ਕਿ ਕਿੰਨਾ ਕੁ ਵਿਕਾਸ ਹੋ ਰਿਹਾ ਹੈ ਤੇ ਕਿੰਨੀਆਂ ਕੁ ਲੋਕ ਪੱਖੀ ਸਕੀਮਾਂ ਜਿਹੜੀਆਂ ਉਹ ਅੱਗੇ ਆ ਰਹੀਆਂ ਨੇ। ਹੁਣ ਤਾਂ ਉਲਟਾ ਇਹਨਾਂ ਲੋਕਾਂ ਦੀ ਜ਼ਰੂਰਤ ਆ ਵੀ ਤੁਸੀਂ ਜਿਹੜੇ ਭੱਤੇ ਲੈਣੇ ਹੋ, ਇੰਨੇ ਭੱਤੇ ਤੁਹਾਨੂੰ ਮਿਲਦੇ ਨੇ, ਉਹਨਾਂ ਦੇ ਵਿੱਚੋਂ ਭੱਤੇ ਘਟਾ ਦਿਓ। ਕਹਿ ਦਿਓ ਅਸੀਂ ਭੱਤੇ ਨਹੀਂ ਲੈਣੇ, ਕੱਲੀਆਂ ਤਨਖਾਹਾਂ ਲਵਾਂਗੇ, ਜਾਂ ਅਸੀਂ ਤਨਖਾਹਾਂ ਨਹੀਂ ਲੈਣੀਆਂ, ਕੱਲੇ ਭੱਤੇ ਲਵਾਂਗੇ। ਐ ਕਹਿੰਦੀ ਦੰਦਲ ਨਾ ਪੈ ਜੂ ਇਹਨਾਂ ਨੂੰ। ਜੇ ਦੰਦਲ ਪੈ ਗਈ ਫਿਰ ਚਮਚਾ ਨਹੀਂ ਲੱਭਣਾ। ਭਾਵੇਂ ਇਹਨਾਂ ਕੋਲੇ ਬਹੁਤ ਸਾਰੇ ਹੁੰਦੇ ਆ ਚਮਚੇ, ਪਰ ਫਿਰ ਵੀ ਜਿਹਦੇ ਨਾਲ ਦੰਦਲ ਟੁੱਟਦੀ ਉਹ ਨਹੀਂ ਲੱਭਣਾ। ਚਮਚੇ ਨਹੀਂ, ਇਹਨਾਂ ਕੋਲ ਬੇਲਚੇ, ਕੜਛੀਆਂ, ਹੋਰ ਪਤਾ ਨਹੀਂ ਕੀ ਹੁੰਦੇ ਨੇ। ਬਿਲਕੁਲ। ਦੇਖੋ ਜਦੋਂ ਆ ਚੋਣਾਂ ਸੀ ਪੰਜਾਬ ਦੇ ਵਿੱਚ, ਉਸ ਤੋਂ ਕੁਝ ਕੁ ਮਹੀਨੇ ਪਹਿਲਾਂ ਚੰਨੀ ਸਰਕਾਰ ਨੇ ਲੀਟਰ ਦੇ ਪਿੱਛੇ 10 ਰੁਪਈਆ ਘਟਾਏ, ਤੇ ਕੀ ਹੁਣ ਨਹੀਂ ਘਟ ਸਕਦੇ? ਕੀ ਭਵਿੱਖ ਦੇ ਵਿੱਚ ਨਹੀਂ ਘਟ ਸਕਦੇ? ਜੇ ਇੱਕ ਸੂਬੇ ਦੀ ਸਰਕਾਰ ਘਟਾ ਸਕਦੀ ਆ, ਕੇਂਦਰ ਦੀ ਸਰਕਾਰ ਨਹੀਂ ਸੋਚ ਸਕਦੀ? ਪਰ ਨਹੀਂ, ਅਸੀਂ ਸਿਰਫ ਬਹਾਨੇ ਲੱਭਾਂਗੇ ਵੀ ਉਹਨੂੰ ਐਂ ਕਰਨਾ ਚਾਹੀਦਾ ਸੀ, ਇਹਨੂੰ ਇਉਂ ਕਰਨਾ ਚਾਹੀਦਾ ਸੀ। ਉਹਦੇ ਪਿੱਛੇ ਤਾਂ ਆਹ ਕਾਰਨ ਆ, ਇਹ ਸਿਆਸੀ ਲੋਕ ਹੈ, ये तो ऐसे करते हैं, ये तो वैसे करते हैं, आ ड्रामा शुरू हो जाना। बिल्कुल सही है, पर इस दा जिहड़ा खमियाजा वो सिर्फ ते सिर्फ लोकां नूं भुगतना पै रहा है। लोग विचारे हर रोज़ पिस रहे हैं, कोई कल्ले पेट्रोल दी गल नहीं आ। तुसीं वेखो रसोई गैस सिलेंडर महंगा हो गया, फिर पेट्रोल दी कीमतां वधन दा करके जिहड़ियां सब्जियां ने, दालां ने, क्योंकि वो जिहड़ा एक्सपोर्ट इंपोर्ट हुंदा उहदे करके सारा कुछ महंगा हो गया। हवाई सफ़र, रेल सफ़र, बसां दा सफ़र, सब कुछ महंगा हो गया। आम बंदा जावे तो जावे कित्थे? बिल्कुल सही गल है। ते जिहड़ा ये तेल वध रिहा, भाव वध रिहा, ਇਹਦੇ ਕਰਕੇ ਬਾਈ ਜੀ ਆਉਂਦੇ ਦਿਨਾਂ ਦੇ ਵਿੱਚ ਭਾੜਾ ਵਧਣਾ ਬੱਸਾਂ ਦਾ ਜੀ, ਰੇਲ ਗੱਡੀਆਂ ਦਾ ਭਾੜਾ ਵਧਣਾ, ਇਹਦੇ ਕਰਕੇ ਹਵਾਈ ਜਹਾਜ਼ ਦਾ ਕਿਰਾਇਆ ਵਧੂਗਾ, ਇਹਦੇ ਕਰਕੇ ਆਲੂ, ਗੰਢੇ, ਭਿੰਡੀਆਂ, ਮਿਰਚਾਂ ਸਭ ਕੁਝ ਮਹਿੰਗਾ ਹੋਊਗਾ, ਇਹਦੇ ਕਰਕੇ ਲੂਣ, ਮਿਰਚ, ਮਸਾਲੇ, ਹਲਦੀ ਸਭ ਕੁਝ ਮਹਿੰਗਾ ਹੋਊਗਾ। ਸੋ ਕੋਈ ਚੀਜ਼ ਇਹਦੇ ਕਰਕੇ ਸਸਤੀ ਨਹੀਂ ਰਹਿਣੀ, ਹਰ ਚੀਜ਼ ਦੀ ਢੋਆ ਢੁਆਈ ਦੇ ਕਰਕੇ ਮਹਿੰਗੀ ਹੋ ਜਾਣੀ ਆ, ਚੰਗਿਆੜੇ ਨਿਕਲ ਜਾਣੇ ਮਹਿੰਗਾਈ ਕਰਕੇ। ਜੀ ਬਿਲਕੁਲ। ਜੱਜ ਦਾ ਵਿਚਾਰ। ਰਾਣਾ ਸਾਹਿਬ, ਪੈਨਸ਼ਨਾਂ ਦਾ ਜ਼ਿਕਰ ਆਪਾਂ ਕਰ ਰਹੇ ਸੀ ਗੱਲਾਂ ਬਾਤਾਂ ਦੇ ਵਿੱਚ, ਤੇ ਇੱਕ ਹੋਰ ਇਹਦੇ ਨਾਲ ਜੁੜੀ ਹੋਈ ਗੱਲ ਵੀ ਸਾਂਝੀ ਕਰ ਲਈਏ। ਬਹੁਤ ਪਰੇਸ਼ਾਨੀ ਦੇ ਵਿੱਚ ਨੇ ਸਾਡੇ ਜਿਹੜੇ ਸਾਬਕਾ ਵਿਧਾਇਕ ਨੇ, ਬਹੁਤ ਤੰਗੀ ਦੇ ਵਿੱਚ ਨੇ ਜਿਹੜੇ ਸਾਬਕਾ ਵਿਧਾਇਕ ਨੇ ਜੀ, ਕੁਝ ਇੱਕ, ਕਿਉਂਕਿ ਉਹ ਕਹਿੰਦੇ ਵੀ ਆਹ ਕੀ ਹੋ ਗਿਆ, ਇੱਕ ਪੈਨਸ਼ਨ ਹੀ ਮਿਲੂਗੀ ਸਿਰਫ 75-80 ਹਜ਼ਾਰ ਦੇ ਵਿੱਚ, ਜਾਂ 60-65 ਹਜ਼ਾਰ ਦੇ ਵਿੱਚ ਗੁਜ਼ਾਰਾ ਕਰਨਾ ਸੌਖਾ ਪਿਆ ਕਿਤੇ। ਭਗਵੰਤ ਮਾਨ ਸਰਕਾਰ ਦੇ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਪਿਛਲੇ ਦਿਨੀ ਕਿ ਜੇਕਰ 2 ਵਾਰੀ ਵਿਧਾਇਕ ਬਣੇ ਹੋ, 5 ਵਾਰੀ ਬਣੇ ਹੋ, 8 ਵਾਰ ਬਣੇ ਹੋ, 10 ਵਾਰ ਬਣੇ ਹੋ, ਤਾਂ ਤੁਹਾਨੂੰ ਉਸ ਹਿਸਾਬ ਦੇ ਨਾਲ ਪੰਜਾਬ ਦੇ ਖਜ਼ਾਨੇ ਚੋਂ ਪੈਨਸ਼ਨ ਨਹੀਂ ਮਿਲਣੀ। ਸਿਰਫ 1 ਵਾਰ ਦੀ ਪੈਨਸ਼ਨ ਮਿਲੂਗੀ, ਭਾਵੇਂ 5 ਵਾਰ ਬਣੇ ਹੋ, ਭਾਵੇਂ 10 ਵਾਰ ਬਣੇ ਹੋ, ਭਾਵੇਂ 11 ਵਾਰ ਬਣੇ ਹੋ। ਤੇ 1 ਵਾਰ ਦੀ ਪੈਨਸ਼ਨ ਹੈਗੀ ਆ 75,000 ਤੇ ਕੁਛ ਰੁਪਏ ਲਗਭਗ। ਤੇ ਹੁਣ ਇਸ ਗੱਲ ਦੇ ਉੱਤੇ ਕੁਝ ਕੁ ਵਿਧਾਇਕ ਆ ਜਿਹੜੇ ਸਾਬਕਾ ਪਿੱਟੇ ਆ। ਇੱਕ ਵਿਧਾਇਕ ਨੇ ਤਾਂ ਇਹ ਵੀ ਗੱਲ ਕਹਿਤੀ, ਕਹਿੰਦੇ ਹਾਂ ਅਸੀਂ ਬੱਚੇ ਨਹੀਂ ਪਾਲਣੇ। ਅੱਛਾ ਜੀ, ਬੱਚੇ ਪਾਲਣ ਵਾਸਤੇ ਬਹੁਤ ਪੈਸੇ ਚਾਹੀਦੇ ਆ। ਤੁਹਾਨੂੰ ਕੀ ਪਤਾ 75-80 ਹਜ਼ਾਰ ਰੁਪਏ ਦੇ ਵਿੱਚ ਕੀ ਬਣਦਾ? ਐਦਾਂ ਨਹੀਂ ਕੰਮ ਚੱਲਦੇਗੇ। ਇਹ ਕੋਈ ਗੱਲ ਆ?
ਅਸੀਂ ਇੰਨੀ ਮਿਹਨਤ ਕਰਦੇ ਆ, ਜੀ। ਚਾਹ ਪਾਣੀ ਦੇ ਉੱਤੇ ਹੀ ਇੰਨਾ ਖਰਚਾ ਹੋ ਜਾਂਦਾ ਤੇ ਸਾਡੇ ਕੋਲੇ ਬੰਦੇ ਕਿੰਨੇ ਆਉਂਦੇ ਆ। ਸੋ ਮੇਰੀ ਉਸ ਸਾਬਕਾ ਵਿਧਾਇਕ ਸਾਹਿਬ ਨੂੰ ਵੀ ਬੇਨਤੀ ਹੈ ਤੇ ਜਿਹੜੇ ਬੋਲੇ ਤਾਂ ਨਹੀਂ ਪਰ ਅੰਦਰੋਂ ਅੰਦਰੀ ਸੋਚਦੇ ਆ ਉਹਨਾਂ ਨੂੰ ਵੀ ਹੱਥ ਜੋੜ ਕੇ ਇੱਕ ਬੇਨਤੀ ਹੈ, ਜਦੋਂ ਤੁਸੀਂ ਚੋਣਾਂ ਦੇ ਵਿੱਚ ਆਉਨੇ ਹੋ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਇਹ ਗੱਲ ਕਹਿੰਦੇ ਕਿ ਮੈਂ ਸੇਵਾ ਕਰਨ ਆਇਆ, ਮੇਰੇ ਅੰਦਰ ਸੇਵਾ ਦੀ ਭਾਵਨਾ, ਰਾਜ ਨਹੀਂ ਸੇਵਾ ਵੀ ਅਸੀਂ ਕਹਿੰਦੇ ਰਹੇ ਆ। ਹਾਂਜੀ। ਅਸੀਂ ਤੁਹਾਡੀ ਸੇਵਾ ਕਰਦੇ ਕਰਦੇ ਜਹਾਨੋਂ ਕੂਚ ਕਰ ਜਗੇ, ਅਸੀਂ ਇਹ ਗੱਲ ਕਹਿੰਦੇ ਆ। ਤੇ ਜੇਕਰ ਸੇਵਾ ਕਰਦੇ ਹੋ ਤਾਂ ਫਿਰ 3 ਪੈਨਸ਼ਨਾਂ ਕਾਹਦੀਆਂ, ਬਿਲਕੁਲ, ਫਿਰ 8 ਪੈਨਸ਼ਨਾਂ ਕਾਹਦੀਆਂ, ਜਿਆਦਾ ਕਹੋ ਤੁਸੀਂ ਅਸੀਂ ਬਿਜ਼ਨਸ ਕਰਦੇ ਆ, ਹਾਂ ਅਸੀਂ ਆਏ ਹਾਂ ਕਿੱਤਾ ਕਰਨ ਦੇ ਲਈ। ਉਦੋਂ ਲਿਖੋ ਆਕੂਪੇਸ਼ਨ ਮੇਰਾ ਕੀ ਆ, ਉਦੋਂ ਲੋਕ ਸੇਵਾ ਨਹੀਂ, ਉਦੋਂ ਕਹੋ ਜੀ ਕਿ ਮੇਰਾ ਕਾਰੋਬਾਰ ਆ, ਮੇਰਾ ਕਿੱਤਾ। ਬਿਲਕੁਲ, ਕਿਉਂਕਿ ਆਪਾਂ ਜਿੱਤਦੇ ਕਿਵੇਂ ਆ ਇਹ ਵੀ ਪਤਾ, ਕਈਆਂ ਦੇ ਬਾਰੇ ਜਾਣਦੇ ਆ। ਜੀ। ਸੋ ਇਸ ਕਰਕੇ ਪੰਜਾਬ ਦਾ ਕੋਈ ਇੱਕ ਵਿਧਾਇਕ ਸਾਬਕਾ ਮੈਨੂੰ ਲੱਗਦਾ ਨਹੀਂ ਜਿਹਦੀ ਰੋਟੀ ਨਾ ਘਰੇ ਪੱਕਦੀ ਹੋਵੇ, ਜੀ। ਜਿਹਦੇ ਘਰ ਦੇ ਵਿੱਚ ਸਿਲੰਡਰ ਮੁੱਕਿਆ ਹੋਵੇ, ਜਿਹਦੇ ਕੋਲ ਬਿਜਲੀ ਦਾ ਬਿੱਲ ਨਾ ਦਿੱਤਾ ਜਾ ਸਕੇ, ਜਿਹਦੇ ਨਿਆਣੇ ਇਸ ਕਰਕੇ ਸਕੂਲ 'ਚ ਨਾ ਜਾ ਸਕਦੇ ਹੋਣ ਵੀ ਭਾਈ ਉੱਥੇ ਫੀਸ ਵਧ ਗਈ ਆ। ਜੀ। ਕੋਈ ਹੈ ਇੱਕ ਐਸਾ ਵਿਧਾਇਕ, ਇੱਥੇ ਲਿਖ ਕੇ ਭੇਜ ਦਿਓ ਥੱਲੇ ਟਿੱਪਣੀਆਂ ਕਰ ਕਰਕੇ। ਜੀ, ਜੇਕਰ ਤੁਹਾਡਾ 75-80 ਹਜ਼ਾਰ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਤਾਂ ਸੋਚੋ ਉਹਨਾਂ ਲੋਕਾਂ ਦੇ ਬਾਰੇ 'ਚ ਜਿਹੜੇ ਵਿਚਾਰੇ 5-5 ਹਜ਼ਾਰ, 3-3 ਹਜ਼ਾਰ, 8-8 ਹਜ਼ਾਰ, 10-10 ਹਜ਼ਾਰ ਦੇ ਵਿੱਚ ਵੀ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ। ਸੋਚੋ ਉਹਨਾਂ ਅਧਿਆਪਕਾਂ ਦੇ ਬਾਰੇ 'ਚ ਜਿਹੜੇ ਵਿਚਾਰੇ ਧਰਨੇ ਲਾਉਂਦੇ ਨੇ ਨਿੱਤ ਕਿ ਸਾਨੂੰ ਨੌਕਰੀਆਂ ਦੇ ਦਿਓ। ਸੋਚੋ ਉਹਨਾਂ ਮੁਲਾਜ਼ਮਾਂ ਦੇ ਬਾਰੇ 'ਚ ਜਿਨ੍ਹਾਂ ਦੀਆਂ ਤਨਖਾਹਾਂ ਤੁਸੀਂ ਰੋਕ ਲੈਂਦੇ ਹੋ ਕੰਮ ਕਰਵਾਉਣ ਦੇ ਬਾਵਜੂਦ ਵੀ ਤੇ ਉਹਨਾਂ ਨੂੰ ਪੈਸਾ ਨਹੀਂ ਦਿੰਦੇ। ਉਹਨਾਂ ਦੇ ਘਰ ਪਰਿਵਾਰ ਵੀ ਨੇ, ਉਹਨਾਂ ਦੇ ਬੱਚੇ ਵੀ ਪੜ੍ਹਦੇ ਨੇ, ਉਹਨਾਂ ਨੂੰ ਵੀ ਮਹਿੰਗਾਈ ਦੀ ਮਾਰ ਪੈਂਦੀ ਹੈ, ਉਹਨਾਂ ਨੇ ਵੀ ਰੋਟੀ ਖਾਣੀ ਹੁੰਦੀ ਹੈ। ਉਦੋਂ ਤਾਂ ਤੁਸੀਂ ਸਾਰੇ ਚੁੱਪ ਕਰ ਜਾਂਦੇ ਹੋ। ਸਤਿਕਾਰਯੋਗ ਵਿਧਾਇਕ ਸਾਹਿਬ, ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ, ਇਹਦੇ ਵੱਲ ਵੀ ਗੌਰ ਕਰਿਓ। ਜੀ। ਕਦੇ ਇਸ ਗੱਲ ਦਾ ਖਿਆਲ ਕੀਤਾ ਵੀ ਜਦੋਂ ਬੰਦਾ ਕੋਈ ਸਵੇਰੇ ਘਰੋਂ ਰੋਟੀ ਖਾ ਕੇ ਤੇ ਮਗਰ ਸੀਟ ਦੇ ਬੰਨ੍ਹ ਕੇ ਸਾਈਕਲ ਦੇ ਮਗਰਲੇ ਪਾਸੇ ਜੀ ਰੋਟੀ ਵਾਲਾ ਡੱਬਾ ਤੇ ਚੌਂਕ ਦੇ ਵਿੱਚ ਆਹੇ ਖੜ ਜਾਂਦਾ, ਉਹਨੂੰ ਕਈ ਦਿਨ ਕੋਈ ਦਿਹਾੜੀ ਤੇ ਨਹੀਂ ਲੈ ਕੇ ਜਾਂਦਾ ਤੇ ਉਹਦੇ ਘਰ ਦੇ ਵਿੱਚ ਰੋਟੀ ਕਿਵੇਂ ਪੱਕਦੀ ਹੋਊਗੀ, ਜੀ ਉਹਦੇ ਨਿਆਣਿਆਂ ਦੀ ਫੀਸ ਕਿਵੇਂ ਦਿੱਤੀ ਜਾਂਦੀ ਹੋਊਗੀ, ਕੋਈ ਬਿਮਾਰ ਹੋ ਜੇ ਉਹ ਦਵਾਈ ਕਿਵੇਂ ਲੈਂਦਾ ਹੋਊਗਾ, ਜੀ ਉਹ ਦੱਸੋ ਪਾਣੀ ਦਾ ਬਿੱਲ ਕਿਵੇਂ ਅਦਾ ਕਰਦਾ ਹੋਊਗਾ। ਉਹਦੇ ਬਾਰੇ ਵੀ ਕਦੇ ਸੋਚੋ। ਤੁਹਾਨੂੰ 75,000 ਰੁਪਇਆ ਥੋੜਾ ਤੇ ਉਹਨਾਂ ਨੂੰ ਜੇਕਰ 75,000 ਰੁਪਇਆ ਕਦੇ ਦੇਖਣ ਨੂੰ ਮਿਲ ਜੇ ਨਾ, ਉਹ ਕਹਿੰਦੇ ਵੀ ਸਾਡੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਗਿਆ। ਬਿਲਕੁਲ ਸਹੀ। ਉਹਨਾਂ ਨੇ ਜ਼ਿੰਦਗੀ ਦੇ ਵਿੱਚ ਪੂਰੀ ਜ਼ਿੰਦਗੀ 'ਚ ਕਈ ਲੋਕਾਂ ਨੇ 75,000 ਇਕੱਠਾ ਨਹੀਂ ਦੇਖਿਆ ਹੁੰਦਾ, ਤੁਹਾਨੂੰ ਇਹ ਥੋੜਾ ਲੱਗਦਾ। ਤੇ ਨਾਲੇ ਜੇਕਰ ਇਹ ਠੀਕ ਨਹੀਂ ਲੱਗਦਾ ਤੇ ਤੁਸੀਂ ਕਹਿ ਦਿਓ ਵੀ ਭਾਈ ਪੈਨਸ਼ਨ ਥੋੜੀ ਆ, ਮੈਂ ਨਹੀਂ ਗਾਂ ਤੋਂ ਚੋਣ ਲੜਿਆ ਕਰਨੀ, ਮੈਨੂੰ ਕੋਈ ਲੋੜ ਨਹੀਂ, ਮੈਂ ਇਹੋ ਜਿਹਾ ਘਾਟੇ ਵੱਧਾ ਕੰਮ ਨਹੀਂ ਕਰਨਾ। ਕਹੋ ਇੱਕ ਵਾਰੀ ਇਹ ਗੱਲ। ਜੀ, ਪਰ ਗੱਲ ਇਹ ਆ ਨਾ ਵੀ ਕਵੇ ਕੌਣ। ਜਿੱਦਾਂ ਮੈਂ ਸੋਸ਼ਲ ਮੀਡੀਆ ਤੇ ਪੜ੍ਹ ਰਹੀ ਸੀ ਟੈਣਾ ਸਾਹਿਬ, ਤੇ ਮੈਨੂੰ ਉਹ ਗੱਲਾਂ ਵਾਜਬ ਵੀ ਲੱਗੀਆਂ ਕਿ ਜੇਕਰ ਤੁਸੀਂ ਇਸ ਫੈਸਲੇ ਦੇ ਖਿਲਾਫ ਹੋ ਤਾਂ ਧਰਨਾ ਦੇ ਦਿਓ। ਬਿਲਕੁਲ ਜੀ। ਮਟਕਾ ਚੌਂਕ ਦੇ ਵਿੱਚ ਜਿੱਥੇ ਕਿ ਸਾਡੇ ਮੁਲਾਜ਼ਮ ਭੈਣਾਂ ਵੀਰਾਂ ਦੇ ਡਾਂਗਾਂ ਪੈਂਦੀਆਂ ਰਹੀਆਂ, ਜਿੱਥੇ ਚੁੰਨੀਆਂ ਪਾਟਦੀਆਂ ਰਹੀਆਂ, ਜਿੱਥੇ ਦਾੜੀਆਂ ਪਟਦੇ ਰਹੇ ਆ, ਜੀ ਉਸੇ ਥਾਂ ਦੇ ਉੱਤੇ ਜਾ ਕੇ ਜਿਨ੍ਹਾਂ ਨੂੰ ਲੱਗਦਾ ਵੀ ਭਾਈ ਸਾਡੀ ਪੈਨਸ਼ਨ ਤੇ ਕੈਂਚੀ ਕਾਹਤੋਂ ਚੱਲੀ ਆ, ਜਾਓ ਇਕੱਠੇ ਹੋ ਕੇ ਧਰਨਾ ਦਿਓ, ਨਾਲੇ ਪਤਾ ਲੱਗੇ ਤੁਹਾਡੇ ਅੰਦਰ ਜਜ਼ਬਾ ਕਿੰਨਾ ਕਾ। ਜੀ, ਕਦੇ ਵਿਚਾਰੇ ਇਹ ਮੁਲਾਜ਼ਮ ਜਿਹੜੇ ਨੇ ਟੈਂਕੀਆਂ ਤੇ ਚੜਨ ਤੇ ਕਿੰਨੇ ਦਿਨ ਉੱਤੇ ਹੀ ਚੜੇ ਰਹਿਣ ਬਿਨਾਂ ਰੋਟੀ ਪਾਣੀ ਦੇ। ਕਦੇ ਇਹਨਾਂ ਵਿਚਾਰਿਆਂ ਦੀਆਂ ਪੱਗਾਂ ਤੁਸੀਂ ਲਾਉਂਦੇ ਹੋ, ਕਦੇ ਇਹਨਾਂ ਦੀਆਂ ਚੁੰਨੀਆਂ ਤੁਸੀਂ ਪਾੜਦੇ ਹੋ, ਕਦੇ ਇਹਨਾਂ ਦੇ ਵਾਲ ਪੱਟਦੇ ਹੋ, ਕਦੇ ਤੁਸੀਂ ਕੁਛ ਕਰਦੇ ਹੋ। ਉਦੋਂ ਤੁਹਾਨੂੰ ਦਰਦ ਨਹੀਂ ਆਉਂਦਾ ਵੀ ਇਹਨਾਂ ਵਿਚਾਰਿਆਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਇਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੇ ਬੱਚੇ, ਇਹਨਾਂ ਦੇ ਮਾਪੇ ਦਵਾਈ ਦਾਰੂ ਤੋਂ ਸੱਖੜੇ ਹੋਣਗੇ, ਇਹਨਾਂ ਦੇ ਘਰ ਦੇ ਜਿਹੜੇ ਜੀ ਨੇ ਉਹਨਾਂ ਨੂੰ ਰੋਟੀ ਕਿਵੇਂ ਮਿਲਦੀ ਹੋਊਗੀ। ਉਦੋਂ ਤਾਂ ਕਦੇ ਨਹੀਂ ਤੁਹਾਨੂੰ ਵਿਚਾਰ ਆਉਂਦੇ। ਅੱਜ ਤੁਹਾਡੀਆਂ ਜੇਬਾਂ ਦੇ ਉੱਪਰ ਜੇ ਕੈਂਚੀ ਫਿਰੀ ਆ ਤਾਂ ਤੁਹਾਨੂੰ ਸਾਰਾ ਕੁਝ ਮਾੜਾ ਲੱਗਣ ਲੱਗ ਗਿਆ। ਇੱਕ ਬੇਨਤੀ ਮੈਂ ਹੋਰ ਕਰਦਾ, ਜਿਹੜੇ ਇਸ ਵੇਲੇ ਮੁਲਾਜ਼ਮ ਭਰਤੀ ਹੁੰਦੇ ਆ, ਕੇਂਦਰ ਦੀ ਸਰਕਾਰ ਕਹਿੰਦੀ ਉਹਨਾਂ ਨੂੰ ਪੈਨਸ਼ਨ ਨਹੀਂ ਦੇਣੀ। ਹਾਂਜੀ। 58 ਸਾਲ ਦੀ ਉਮਰ ਜਦੋਂ ਕਿਸੇ ਮੁਲਾਜ਼ਮ ਦੀ ਹੋ ਜਾਂਦੀ ਹੈ, ਨੌਕਰੀ ਕਰਦਿਆਂ ਉਹਦੇ ਗੋਡੇ ਗਿੱਟੇ ਰਹਿ ਜਾਂਦੇ ਆ। ਬਿਲਕੁਲ। ਉਹਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਘੇਰਾ ਪਾ ਲੈਂਦੀਆਂ, ਉਹਦੇ ਨਿਆਣੇ ਵਿਆਹਣ ਵਾਲੇ ਹੋ ਜਾਂਦੇ ਆ, ਉਹਦੀ ਛੱਤ ਡਿੱਗਣ ਵਾਲੀ ਹੋ ਜਾਂਦੀ ਆ ਜੀ। ਉਹਨਾਂ ਦੇ ਘਰ ਦੇ ਵਿੱਚ ਕੁਝ ਵੀ ਅਣਸੁਖਾਵਾਂ ਵਾਪਰ ਸਕਦਾ, ਕਿਉਂਕਿ ਜ਼ਿੰਦਗੀ ਦਾ ਵੱਡਾ ਹਿੱਸਾ ਅਸੀਂ ਕੱਟ ਚੁੱਕੇ ਹੁੰਨੇ ਆ। ਬੰਦੇ ਦੀ ਔਸਤ ਉਮਰ ਕਿੰਨੀ ਕਰੇਗੀ? 65-70 ਸਾਲ, 75 ਸਾਲ ਤੇ 58 ਸਾਲ ਤੁਸੀਂ ਦਫ਼ਤਰਾਂ ਚ ਲਾਤੇ ਤੇ ਬਾਕੀ ਕੀ ਬਚਿਆ? 15-20 ਸਾਲ। ਸੋ ਉਸ ਉਮਰ ਦੇ ਵਿੱਚ ਵੀ ਬੰਦੇ ਦੇ ਖਰਚੇ ਉਵੇਂ ਹੀ ਤੁਸੀਂ ਕਹਿੰਦੇ ਪੈਨਸ਼ਨ ਨਹੀਂ ਦੇਣੀ ਜੀ। ਤੇ ਕੀ ਉਸ ਤੋਂ ਬਾਅਦ ਬੰਦਾ ਰੋਟੀ ਖਾਣੀ ਬੰਦ ਕਰ ਦਿੰਦਾ? ਕੀ ਉਸ ਤੋਂ ਬਾਅਦ ਪਾਣੀ ਦੀ, ਕੋਈ ਹਵਾ ਦੀ, ਕੋਈ ਛੱਤ ਦੀ ਲੋੜ ਨਹੀਂ ਰਹਿੰਦੀ? ਕੀ ਕਦੇ ਦਵਾਈ ਬੂਟੀ ਦੀ ਲੋੜ ਨਹੀਂ ਪੈਂਦੀ? ਕੀ ਉਸ ਤੋਂ ਬਾਅਦ ਹਵਾ ਦੇ ਨਾਲ ਢਿੱਡ ਭਰਨਾ ਸ਼ੁਰੂ ਕਰ ਦਿੰਦਾ 58 ਸਾਲ ਤੋਂ ਬਾਅਦ? ਜੇਕਰ ਉਹ 58 ਸਾਲ ਲਾ ਕੇ ਤੇ ਪੈਨਸ਼ਨ ਤੋਂ ਸਖਣੇ ਰਹਿਣ ਤੇ ਤੁਸੀਂ 5 ਸਾਲ ਲਾ ਕੇ ਕਹਿੰਦੇ ਵੀ ਭਾਈ ਸਾਨੂੰ ਹਰ ਵਾਰ ਪੈਨਸ਼ਨ ਵਧੀ ਜਾਵੇ, ਕਿਉਂ ਬਈ? ਜੱਜ ਦਾ ਵਿਚਾਰ। ਸਰ, ਹਰ ਰੋਜ਼ ਪੰਜਾਬ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਨੇ ਜਿਨ੍ਹਾਂ ਨੂੰ ਲੈ ਕੇ ਖਬਰਾਂ ਵੱਧ ਰਹੀਆਂ ਨੇ ਤੇ ਹੁਣ ਕਹਿੰਦੇ ਇੱਕ ਹੋਰ ਐਲਾਨ ਕਰਤਾ ਪੰਜਾਬ ਸਰਕਾਰ। ਦੇਖੋ, ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਵੀ ਜਿਹੜਾ ਪਹਿਲਾ ਪ੍ਰਭਾਵ ਭਗਵੰਤ ਮਾਨ ਦੀ ਸਰਕਾਰ ਦਾ ਉਹ ਬੜਾ ਚੰਗਾ। ਕੱਲ ਨੂੰ ਕੀ ਖਬਰ ਆਉਂਦੀ ਆ ਉਹਦੇ ਬਾਬਤ ਉਸ ਮੌਕੇ ਟਿੱਪਣੀ ਕਰਾਂਗੇ, ਪਰ ਪਹਿਲੇ ਪ੍ਰਭਾਵ ਦੇ ਵਿੱਚ ਜਿਹੜੀਆਂ ਗੱਲਾਂ ਸ਼ਾਮਲ ਕੀਤੀਆਂ, ਵਿਧਾਇਕਾਂ ਦੀ ਪੈਨਸ਼ਨ ਤੇ ਕਾਂਟਾ ਫੇਰਨ ਵਾਲੀ ਗੱਲ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਦੀਆਂ ਵਾਧੂ ਸਹੂਲਤਾਂ, ਉਹਨਾਂ ਦੇ ਵਿੱਚ ਕਟੌਤੀ ਕਰਨ ਦੀ ਗੱਲ, ਇਹ ਲੋਕਾਂ ਨੂੰ, ਆਮ ਲੋਕਾਂ ਨੂੰ ਚੰਗੀਆਂ ਲੱਗੀਆਂ। ਕਿਉਂਕਿ ਜੇਕਰ ਸਾਡੇ ਵਿੱਚੋਂ ਆ ਫਿਰ ਸਾਡੇ ਵਾਂਗੂ ਰਹੋ, ਸਾਡੇ ਵਿੱਚੋਂ ਉੱਠ ਕੇ ਖਾਸ ਨਾ ਬਣੋ।
ਫਿਰ ਸਾਰੇ ਆਮ ਜਿਹੇ ਰਹਿਣ। ਜੀ ਤੇ ਅਗਲੀ ਗੱਲ ਇਹ ਹੈ ਕਿ ਭਗਵੰਤ ਮਾਨ ਹੋਰਾਂ ਦੇ ਵੱਲੋਂ ਇੱਕ ਨਵਾਂ ਐਲਾਨ ਕੀਤਾ ਗਿਆ। ਉਹ ਕਹਿੰਦੇ ਵੀ ਜਿਹੜੇ ਪੰਜਾਬ ਦੇ ਲੋਕਾਂ ਨੂੰ ਰਾਸ਼ਨ ਮਿਲਦਾ ਮੁਫਤ ਦੇ ਵਿੱਚ, ਆਟਾ ਦਾਲ ਸਕੀਮ ਵਾਲੇ ਆ, ਉਹਨਾਂ ਨੂੰ ਹੁਣ ਕਿਤੇ ਜਾਣ ਦੀ ਲੋੜ ਨਹੀਂ। ਤੁਸੀਂ ਆਪਣੀ ਦਿਹਾੜੀ ਮਾਰ ਕੇ ਕਿਸੇ ਡਿਪੂ ਦੇ ਉੱਤੇ ਕਤਾਰ ਦੇ ਵਿੱਚ ਖੜ੍ਹਦੇ ਹੋ, ਤੁਹਾਡੀ 2 ਘੰਟੇ ਬਾਅਦ, 1.5 ਘੰਟੇ ਬਾਅਦ, 3 ਘੰਟੇ ਬਾਅਦ ਵਾਰੀ ਆਉਂਦੀ ਆ, ਤੇ ਫਿਰ ਤੁਹਾਡਾ ਦਿਨ ਤਾਂ ਮਰ ਗਿਆ ਨਾ, ਤੁਹਾਡੀ 300-400 ਰੁਪਏ ਦੀ ਦਿਹਾੜੀ ਵੀ ਮਰਦੀ ਆ। ਗਰੀਬ ਬੰਦੇ ਦੇ ਲਈ ਤਾਂ 1-1 ਮਿੰਟ ਦੀ ਕੀਮਤ ਆਮ ਨਾਲੋਂ ਵੀ ਵੱਧ ਆ, ਕਿਉਂਕਿ ਜਿੱਥੇ ਉਹਨੇ ਜਾਣਾ ਉਹਨੇ ਵੀ 1-1 ਮਿੰਟ ਦਾ ਹਿਸਾਬ ਲੈਣਾ। ਲੇਟ ਕਾਹਤੋਂ ਆਇਆ, ਉਹਨਾਂ ਦੇਰ ਨਾਲ ਛੱਡੂਗਾ। ਸੋ ਇਸ ਕਰਕੇ ਘਰ ਦੇ ਵਿੱਚ ਪਹੁੰਚਿਆ ਕਰੂਗਾ ਰਾਸ਼ਨ। ਅੱਛਾ ਜੀ। ਤੁਹਾਡੀ ਮੂੰਗੀ, ਤੁਹਾਡੀ ਦਾਲ ਜਾਂ ਆਟਾ ਜਾਂ ਕੁਝ ਵੀ ਤੁਹਾਨੂੰ ਮਿਲਦਾ ਜਾਂ ਕਣਕ ਮਿਲਦੀ ਆ, ਉਹ ਤੁਹਾਡੇ ਘਰ ਦੇ ਵਿੱਚ ਪਹੁੰਚਿਆ ਕਰੂਗੀ, ਤੁਹਾਨੂੰ ਜਾ ਕੇ ਲੈਣ ਦੀ ਲੋੜ ਨਹੀਂ। ਪਰ ਇਹਦੇ ਵਿੱਚ ਤੁਹਾਡੀ ਇੱਛਾ ਵੀ ਤੁਸੀਂ ਆਪ ਜਾ ਕੇ ਲੈਣੀ ਆ ਜਾਂ ਤੁਸੀਂ ਚਾਹੁੰਦੇ ਵੀ ਘਰ ਸਾਡੇ ਪਹੁੰਚਣੀ ਕਰ ਦਿਆ ਕਰੋ। ਤੇ ਭਗਵੰਤ ਮਾਨ ਹੋਰਾਂ ਨੇ ਕਿਹਾ ਜੀ ਕਿ ਆਉਂਦੇ ਕੁਝ ਕੁ ਦਿਨਾਂ ਦੇ ਵਿੱਚ ਇਹ ਅਸੀਂ ਸਕੀਮ ਸ਼ੁਰੂ ਕਰ ਦੇਣੀ ਆ। ਸਾਰਾ ਇਹ ਜ਼ਮੀਨੀ ਪੱਧਰ ਦੇ ਉੱਤੇ ਪ੍ਰਬੰਧ ਅਸੀਂ ਕਰ ਰਹੇ ਹਾਂ। ਤੇ ਉਹਨਾਂ ਨੇ ਕਿਹਾ ਜੀ ਕਿ ਪਹਿਲਾਂ ਸਾਡੇ ਅਫਸਰ, ਸਾਡੇ ਅਧਿਕਾਰੀ ਸੰਬੰਧਿਤ ਪਰਿਵਾਰ ਨੂੰ ਫੋਨ ਕਰਿਆ ਕਰਨਗੇ ਜੀ ਕਿ ਕੀ ਤੁਸੀਂ ਇੰਨੇ ਵਜੇ ਘਰੇ ਹੈਗੇ ਹੋ ਜਾਂ ਕਿੰਨੇ ਵਜੇ ਅਸੀਂ ਆਗੇ ਤੁਹਾਨੂੰ ਸਮਾਨ ਪਹੁੰਚਾਉਣ ਦੇ ਲਈ, ਤੇ ਤੁਹਾਡੇ ਘਰ ਦੇ ਵਿੱਚ ਪਹੁੰਚਿਆ ਕਰੂਗਾ। ਕੋਈ ਰੋੜਾਂ ਵਾਲੀ ਕਣਕ ਨਹੀਂ ਮਿਲਿਆ ਕਰੂਗੀ, ਉਹ ਕਣਕ ਨਹੀਂ ਮਿਲਿਆ ਕਰੂਗੀ ਜਿਹੜੀ ਮਿਲਦੀ ਸੀ ਤੇ ਬਾਅਦ ਦੇ ਵਿੱਚ ਮਜਬੂਰੀ ਦੇ ਵਿੱਚ ਦਲਾ ਕੇ ਉਹਨੂੰ ਪਿਸਾ ਕੇ ਕਣਕ ਨੂੰ ਤੇ ਪਸ਼ੂਆਂ ਨੂੰ ਪਾਉਣਾ ਪੈਂਦਾ ਸੀ। ਹੁਣ ਤੁਹਾਨੂੰ ਚੰਗੀ ਕੁਆਲਿਟੀ ਦੀ, ਚੰਗੀ ਗੁਣਵੱਤਾ ਵਾਲੀ ਚੀਜ਼ ਮਿਲਿਆ ਕਰੂਗੀ। ਵਾਹ, ਬਹੁਤ ਸੋਹਣੀ ਗੱਲ ਹੈ। ਦੇਖੋ ਗੱਲ ਇਹ ਹੈ ਵੀ ਜੇ ਚੀਜ਼ ਦੇਣੀ ਹੈ ਤਾਂ ਚੰਗੀ ਦਿਓ, ਨਹੀਂ ਤਾਂ ਨਾ ਦਿਓ। ਇਹ ਪਹਿਲਾਂ ਵੀ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਜਿਹੜਾ ਇਹ ਰਾਸ਼ਨ ਦਿੱਤਾ ਜਾਂਦਾ ਸੀ ਉਹਦੇ ਵਿੱਚ ਕਈ ਵਾਰ ਜਿਹੜਾ ਉਹ ਰਾਸ਼ਨ ਗੰਦਾ ਹੁੰਦਾ ਸੀ ਜਾਂ ਖਾਣ ਲਾਇਕ ਨਹੀਂ ਸੀ ਹੁੰਦਾ। ਸੋ ਉਸ ਤੋਂ ਬਾਅਦ ਇਹੋ ਜਿਹੇ ਫੈਸਲੇ ਚੰਗੇ ਨੇ। ਨਾਲੇ ਦੂਜੀ ਗੱਲ ਇਹ ਹੈ ਟਾਣਾ ਸਾਹਿਬ, ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਬੰਦੇ ਦੇ ਅੰਦਰ ਸਤਿਕਾਰ ਭਾਵਨਾ ਵੀ ਵੱਧਦੀ ਹੈ ਕਿ ਜੇ ਉਹਦੇ ਘਰ ਦੇ ਵਿੱਚ ਰਾਸ਼ਨ ਪਹੁੰਚਦਾ ਹੋ ਜਾਊਗਾ, ਉਹਦਾ ਸਮਾਂ ਬਚ ਜਾਊਗਾ, ਉਹ ਬੰਦਾ ਜਿਹੜਾ ਉਹ ਆਪਣਾ ਕੰਮ ਮਨ ਲਗਾ ਕੇ ਕਰ ਸਕੂਗਾ। ਸੋ ਚੰਗਾ ਫੈਸਲਾ ਹੈ। ਬਿਲਕੁਲ ਜੀ, ਤੇ ਇਹੋ ਜਿਹੇ ਫੈਸਲੇ ਕਰਨ ਦੀ ਲੋੜ ਵੀ ਹੈ। ਤੇ ਇੱਕ ਮੇਰੀ ਬੇਨਤੀ ਆਮ ਲੋਕਾਂ ਨੂੰ ਵੀ ਹੈ ਜੀ, ਜਿਹੜੇ ਤਾਂ ਹੈਗੇ ਸਰਦੇ ਪੁੱਜਦੇ, ਉਹ ਲਾਲਚ ਕਰਨਾ ਤਿਆਗ ਦਿਓ। ਜੇ ਮੰਨ ਲਓ ਆਪਣੇ ਘਰੇ 2 ਮੰਜ਼ਲਾ ਕੋਠੀ ਹੈ, ਹਾਂਜੀ, ਆਪਣੇ ਘਰ ਦੇ ਵਿੱਚ 2 ਜਣੇ ਕਮਾਉਣ ਵਾਲੇ ਵੀ ਆ, ਆਪਾਂ ਟੈਕਸ ਵੀ ਭਰਦੇ, ਕਈ ਲੋਕ ਭਰਦੇ ਵੀ ਆ, ਹਾਂਜੀ, ਜੇਕਰ ਘਰ ਦੇ ਵਿੱਚ ਸੋਹਣਾ ਟਰੈਕਟਰ ਵੀ ਖੜਾ, ਜੇਕਰ ਹੋਰ ਸਹੂਲਤਾਂ ਹੈਗੀਆਂ, ਦਿਸਦਾ, ਗਰੀਬੀ ਵੀ ਦਿਸਦੀ ਆ ਤੇ ਕੌਣ ਸਰਦਾ ਪੁੱਜਦਾ ਇਹ ਵੀ ਦਿਸਦਾ ਹੁੰਦਾ। ਤੇ ਹੁਣ ਤੱਕ ਮਿਲ ਮਿਲਾ ਕੇ ਕਈ ਸਰਦੇ ਪੁੱਜਦੇ ਲੋਕਾਂ ਨੇ ਇਦਾਂ ਕਾਰਡ ਆਪਣੇ ਬਣਵਾਏ ਆ। ਆਪਦੀ ਗੈਰਤ ਨੂੰ ਮੁੱਖ ਰੱਖਦੇ ਆ, ਗੈਰਤਮੰਦ ਬਣੀਏ ਆਪਾਂ ਛੱਡ ਦਈਏ ਇਹ ਚੀਜ਼ਾਂ, ਛੱਡ ਦਈਏ। ਜੇਕਰ ਆਪਣੇ ਘਰੇ ਮਹਿੰਗੀਆਂ ਚੀਜ਼ਾਂ ਖੜੀਆਂ, ਮਹਿੰਗੀਆਂ ਕਾਰਾਂ ਖੜੀਆਂ, ਤੇ ਆਪਾਂ 1000-1500 ਰੁਪਏ ਦਾ ਰਾਸ਼ਨ ਆ ਜਿਹੜਾ, ਉਹਦੇ ਕਰਕੇ ਕਿਉਂ ਐਵੇਂ, ਮੈਂ ਕੀ ਕਹਾਂ ਉਹਦੇ ਬਾਰੇ। ਤੇ ਜਿਹੜੇ ਲੋਕ ਲੋੜਵੰਦ ਆ ਉਹਨਾਂ ਨੂੰ ਸੱਚੀ ਮੁੱਚੀ ਇਹ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ। ਲੋੜਵੰਦਾਂ ਦੇ ਹੱਕ ਦੇ ਉੱਤੇ ਕਦੇ ਕਾਟਾ ਨਾ ਵੱਜੇ ਤੇ ਸਰਦੇ ਪੁੱਜਦੇ ਲੋਕ ਕਦੇ ਵੀ ਡਰਾਮਾ ਕਰਕੇ ਤੇ ਇਹ ਚੀਜ਼ਾਂ ਹਾਸਲ ਨਾ ਕਰ ਸਕਣ, ਇਹਦੀ ਅਸੀਂ ਕਾਮਨਾ ਕਰਦੇ ਹਾਂ ਜੀ। ਕਿਉਂਕਿ ਬਹੁਤ ਵਾਰ ਇਹ ਹੁੰਦਾ ਟਾਣਾ ਸਾਹਿਬ ਕਿ ਜਿਹਨੂੰ ਵਾਕਈ ਲੋੜ ਹੁੰਦੀ ਹੈ ਉਹ ਵਿਚਾਰਾ ਪਿੱਛੇ ਰਹਿ ਜਾਂਦਾ ਹੈ, ਜਿਹਨੂੰ ਜ਼ਰੂਰਤ ਨਹੀਂ ਹੁੰਦੀ ਉਹ ਸਾਰੇ ਫਾਇਦੇ ਲੈ ਜਾਂਦਾ ਹੈ। ਅਸਲ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਲਈ ਇਹ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਕਿ ਜਿਨ੍ਹਾਂ ਵਿਚਾਰਿਆਂ ਦੀ ਆਮਦਨ ਬਹੁਤ ਥੋੜੀ ਹੈ, ਜਿਹੜੇ ਬਹੁਤ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਪਾ ਰਹੇ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਫਾਇਦਾ ਜ਼ਰੂਰ ਮਿਲਣਾ ਚਾਹੀਦਾ। ਬੜੀ ਵਾਰ ਇਸ ਤੋਂ ਪਹਿਲਾਂ ਹੋਇਆ ਹਰਬਨ ਜੀ ਕਿ ਬੁਢਾਪਾ ਪੈਨਸ਼ਨਾਂ ਜਿਹੜੇ ਤਾਂ ਅਸਲ ਬਜ਼ੁਰਗ ਆ, ਉਹ ਤਾਂ ਵਿਚਾਰੇ ਕਈ ਵਾਰੀ ਵਿਰ-ਵਿਰ ਕਰਦੇ ਸੀ ਵੀ ਉਹਨਾਂ ਦੀਆਂ ਜੁੱਤੀਆਂ ਘਸ ਜਾਂਦੀਆਂ, ਪਰ ਕਈ ਲੋਕ ਅੰਦਰ ਖਾਤੇ ਮਿਲ ਮਿਲਾ ਕੇ ਤੇ 45 ਸਾਲ ਦੀ ਉਮਰ 'ਚ ਹੀ ਬਜ਼ੁਰਗ ਬਣ ਕੇ ਪੈਨਸ਼ਨਾਂ ਲੈ ਜਾਂਦੇ ਰਹੇ ਆ। ਅੱਛਾ ਜੀ, ਅਧਿਕਾਰੀਆਂ ਨਹੀਂ ਕਰਨੀ ਤਰੀਕ ਅੱਗੇ ਪਿੱਛੇ। 45 ਸਾਲ ਦੀ ਉਮਰ 'ਚ, 50 ਸਾਲ ਦੀ ਉਮਰ ਦੇ ਵਿੱਚ ਬੁਢਾਪਾ ਪੈਨਸ਼ਨ ਲੈਣ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਰਹੀ। ਸੋ ਉਹ ਜਦੋਂ ਪਰਖਦੇ ਵੀ ਭਾਈ ਕਿਵੇਂ ਆ, ਕਾਟਾ ਫਿਰ ਗਿਆ, ਇੱਕ ਨਵਾਂ ਵਿਵਾਦ ਛਿੜ ਪਿਆ, ਨਵੇਂ ਬਣਾਏ, ਫਿਰ ਉਦਾਂ ਦੀ ਗੱਲ ਹੋ ਗਈ। ਐਦਾਂ ਦਾ ਕੁਝ ਐਤਕੀ ਨਾ ਚੱਲੇ, ਇਹਦੀ ਕਾਮਨਾ ਕਰਦੇ ਆ। ਸੋ ਲੋੜ ਆ ਇਹਨਾਂ ਗੱਲਾਂ ਨੂੰ ਪਰਖਣ ਦੀ, ਸਮਝਣ ਦੀ ਤੇ ਵਿਚਾਰਨ ਦੀ। ਬਿਲਕੁਲ ਸਹੀ ਹੈ। ਤੇ ਬਾਕੀ ਇਹ ਦੋਵੇਂ ਚੀਜ਼ਾਂ ਬਰਾਬਰ ਤਾਂ ਹੀ ਚੱਲ ਸਕਣਗੀਆਂ ਜੇ ਲੋਕ ਸਰਕਾਰਾਂ ਦਾ ਤੇ ਸਰਕਾਰਾਂ ਲੋਕਾਂ ਬਾਰੇ ਸੋਚਣਗੀਆਂ, ਇਹ ਸਾਥ ਦੇਣਗੇ ਇੱਕ ਦੂਜੇ ਦਾ, ਤਾਂ ਹੀ ਕੁਝ ਚੰਗਾ ਹੋ ਸਕੂਗਾ। ਜੇ ਲੋਕ ਨਾ ਸਾਥ ਦੇਣ, ਕੱਲੀਆਂ ਸਰਕਾਰਾਂ ਨਹੀਂ ਕੁਝ ਕਰ ਸਕਦੀਆਂ। ਜੇ ਸਰਕਾਰਾਂ ਸਾਥ ਨਾ ਦੇਣ ਤਾਂ ਕੱਲੇ ਲੋਕ ਵੀ ਕੁਝ ਨਹੀਂ ਕਰ ਸਕਦੇ। ਜੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਨਾਲ ਹਰਬਨ ਸਿੰਘ ਜੀ। ਹਾਂਜੀ, ਇਹ ਹੁਣ ਅਗਲੀ ਗੱਲ ਦੇ ਉੱਤੇ ਪੰਛੀ ਝਾਤ ਪਾਉਣਗੇ ਤੇ ਇਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲਾਂ ਦੇ ਜਵਾਬ ਭਾਟੇ ਆ ਤੇ ਅੱਜ ਇਹ ਗੱਲਾਂ ਕਰਨਗੇ ਕੁਝ ਖਸਮ ਖਾਸ। ਇੱਕ ਸਲਾਹ ਦੇਣੀ ਚਾਹੁੰਦੀ ਹਾਂ ਤੁਹਾਨੂੰ। ਹਾਂਜੀ ਹਾਂਜੀ, ਹੁਕਮ ਕਰੋ। ਛੁੱਟੀ ਵਾਲੇ ਦਿਨ ਜੋ ਤੁਸੀਂ ਖਾਦਾ ਉਹ ਹੁਣ ਨਹੀਂ ਖਾਣਾ ਅੱਗੇ ਤੋਂ। ਕਿਉਂ? ਕਿਉਂਕਿ ਤੁਸੀਂ ਕਿਸੇ ਨੂੰ ਮੌਕਾ ਹੀ ਨਹੀਂ ਦੇ ਰਹੇ। ਭਰਾਵਾ ਮੈਂ ਭਿੰਡੀ ਖਾਦੀ, ਹੋਰ ਕੀ ਖਾਣੇ। ਇਹ ਭਿੰਡੀ ਪੱਕੀ ਹੋਈ ਤਾਂ ਨਹੀਂ ਸੀ? ਕਿਉਂ? ਵੈਸੇ ਪੁੱਛ ਰਹੀ। ਪੱਕੀ ਹੈ, ਵਿਦੇਸ਼ ਰਹਿੰਦੀ ਹੈ ਵੀ ਉੱਥੇ ਪੱਕੀ ਹੋ ਗਈ? ਨਹੀਂ ਨਹੀਂ, ਚਲੋ ਛੱਡੋ ਟਾਣਾ ਸਾਹਿਬ। ਅੱਜ ਤੁਹਾਡੀ ਕਹਿੰਦਾ ਅੰਗੂਰ ਪੱਕੇ ਹਨ। ਅੰਗੂਰ ਤਾਂ ਖੱਟੇ ਸੀ। ਨਹੀਂ, ਕਹਿੰਦਾ ਅੰਗੂਰ ਪੱਕੇ ਹਨ। ਅੱਛਾ ਜੀ, ਇਹਦੀ ਅੰਗਰੇਜ਼ੀ ਬਣਾਓ। ਕਹਿੰਦਾ ਅੰਗੂਰ ਇਜ਼ ਸਿਟੀਜ਼ਨ। ਓ ਮਾਈ ਗॉड। ਮੈਂ ਤਾਂ ਕਿਹਾ ਵੀ ਅੱਜ ਤਾਂ ਤੁਸੀਂ ਠਾਠਾ ਕਰੀ ਜਾਂਦੇ ਹੋ। ਕੀ ਹੋਇਆ? ਹਾਂ, ਪੂਰੀ ਰਫ਼ਤਾਰ ਦੇ ਵਿੱਚ ਕਿਸੇ ਨੂੰ ਮੌਕਾ ਹੀ ਨਹੀਂ ਦਿੰਦੇ, ਨਾ ਸਵਾਗਤ ਕਰਨ ਦਾ,
ਨਾ ਕੁਝ ਬੋਲਣ ਦਾ। ਸਵਾਗਤ ਨਾ ਮੇਰੇ ਮਨ ਦੇ ਵਿੱਚ ਆ। ਅੱਛਾ ਜੀ, ਬਹੁਤ ਸਤਿਕਾਰ ਤੁਹਾਡੇ ਪ੍ਰਤੀ ਤੇ ਸ਼ੁਕਰੀਆ ਸਾਡੇ ਸਾਰੇ ਹੀ ਦਰਸ਼ਕਾਂ ਦੇ ਪ੍ਰਤੀ। ਸ਼ੁਕਰੀਆ। ਤੇ ਇਹ ਮੈਨੂੰ ਸਤਿਕਾਰ ਕਦੇ ਪ੍ਰਗਟਾਵਾ ਕਰਨਾ ਨਹੀਂ ਆਉਂਦਾਗਾ। ਮੈਂ ਬਹੁਤ ਸਾਰੇ ਮਾਮਲਿਆਂ 'ਚ ਊਣਾ ਪਾਉਣਾ ਹੋ ਸਕਦਾ ਅੱਛਾ ਜੀ, ਤੇ ਮੈਂ ਇਸ ਗੱਲ ਨੂੰ ਬੇਬਾਕੀ ਨਾਲ ਮੰਨਦਾ। ਸ਼ੁਕਰੀਆ। ਆਪਾਂ ਅੱਗੇ ਵਧੀਆ ਟਾਣਾ ਵਧੋ। ਸਾਹਿਬ, ਆਪਾਂ ਹੁਣ ਇੱਕ ਪੋਸਟ ਦੀ ਗੱਲ ਕਰਦੇ ਹਾਂ। ਪੋਸਟ ਜਿੱਥੇ ਵੀ ਬੰਦੇ ਦੀ ਪੋਸਟਿੰਗ ਹੋਵੇ, ਠੀਕ ਆ, ਚਿੱਠੀ ਪੋਸਟ ਕਰਦੇ ਸੀਗੇ, ਉਹ ਪਹੁੰਚਦੀ ਸੀ ਪਹਿਲਾਂ 8 ਦਿਨਾਂ ਬਾਅਦ। ਅੱਛਾ ਜੀ, ਤੇ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਦੱਸਦਾ, ਹਾਂਜੀ। ਧਿਆਨ ਨਾਲ ਸੁਣਿਓ। ਹੁਣ ਅਸੀਂ ਸੀ ਨਾਨਕੇ ਪੜ੍ਹਦੇ, ਅੱਛਾ ਜੀ, ਆਪਣੇ ਪਿੰਡ ਚਿੱਠੀ ਪਾਇਆ ਕਰਨੀ। ਹੂੰ, ਜਦੋਂ ਇੱਥੇ ਆ ਗਏ, ਚਿੱਠੀ ਲਿਖਣ ਦਾ ਵੱਲ ਸਿੱਖ ਲਿਆ। ਅੱਛਾ ਜੀ, ਉਹ ਜਿਹੜਾ ਨੀਲੇ ਰੰਗ ਦਾ ਨਹੀਂ ਹੁੰਦਾਗਾ ਲਿਫਾਫਾ, ਹਾਂਜੀ। ਉਹਦੇ ਤੇ ਵੀ ਭਾਈ ਲਿਖਤਮ ਸਵਰਨ ਸਿੰਘ, ਹਾਂ। ਮਾਮਾ ਜੀ ਅਸੀਂ ਹੁਣ ਠੀਕ ਠਾਕ ਹਾਂ, ਚੜ੍ਹਦੀ ਕਲਾ 'ਚ ਹਾਂ, ਆਪਣਾ ਕੱਟਾ ਕਿਵੇਂ ਹੈ, ਮੱਝ ਕਿਵੇਂ ਹੈ, ਮੇਰੇ ਵਾਲੀ ਕੱਟੀ ਹੈ ਜਿਹੜੀ, ਕਿਉਂਕਿ ਘਰਦਿਆਂ ਨੇ ਕਿਹਾ ਹੁੰਦਾ ਪੁੱਤ ਆ ਤੈਨੂੰ ਕੱਟੀ ਦੇਤੀ, ਹਾਂਜੀ। ਆ ਇੱਧਰ ਐਂ ਕਰਕੇ ਵੱਛਾ ਫਲਾਣੇ ਦਾ, ਇਦਾਂ ਨਿਆਣੇ ਖੁਸ਼ ਕਰਨੇ ਆ, ਜੀ। ਅਸੀਂ ਉਹਦੇ ਬਾਰੇ ਪੁੱਛਿਆ ਕਰਨਾ। ਇੱਕ ਵਾਰੀ ਮੈਂ ਚਿੱਠੀ ਦੇ ਵਿੱਚ ਇੰਨੀ ਕੁ ਖੰਡ ਪਾਤੀ, ਅੱਛਾ ਜੀ, ਇੰਨੀ ਕੁ ਖੰਡ ਪਾਤੀ ਵੀ ਮੇਰੇ ਮਾਮੇ ਕੋਲੇ ਪਹੁੰਚ ਜੇ। ਉਹ ਕੱਲੀ ਚਿੱਠੀ ਪਹੁੰਚੀ, ਖੰਡ ਹੈ ਹੀ ਨਾ। ਹਾਂ। ਮੈਨੂੰ ਅੱਜ ਤੱਕ ਲੱਗੀ ਜਾਂਦਾ ਡਾਕ, ਮੈਂ ਕਿ ਮੈਨੂੰ ਧੋਖਾ ਕੀਤਾ। ਤੁਹਾਡੀ ਇੰਨੀ ਖੰਡ ਖਾ ਗਏ। ਨਿਆਣਾ ਸੀ ਮੈਂ, ਹਾਂ। ਮੈਨੂੰ ਕੀ ਪਤਾ ਵੀ ਭਾਈ ਇਹ ਗੱਲਾਂ ਚੀਜ਼ਾਂ ਨਹੀਂ ਪਹੁੰਚਣੀਆਂ। ਜੀ। ਇੱਕ ਵਾਰੀ ਟੌਫੀ ਪਾਤੀ, ਅੱਛਾ, ਟੌਫੀ ਰਾਹ ਦੇ ਵਿੱਚ ਰਹਿ ਗਈ ਹਾਂ ਤੇ ਚਿੱਠੀ ਪਹੁੰਚ ਗਈ। ਮੈਨੂੰ ਐ ਲੱਗੀ ਜਾਂਦਾ ਵੀ ਹਰ ਥਾਂ ਤੇ ਭ੍ਰਿਸ਼ਟਾਚਾਰ ਆ। ਹਾਂ, ਡਾਕ ਵਿਭਾਗ ਤੁਹਾਡੀ ਟੌਫੀ ਤੇ ਤੁਹਾਡੀ ਖੰਡ ਖਾ ਗਿਆ। ਹਾਂ। ਚਲੋ ਕੋਈ ਗੱਲ ਨਹੀਂ ਟਾਣਾ ਸਾਹਿਬ, ਟੌਫੀਆਂ ਜਿੰਨੀਆਂ ਮਰਜ਼ੀ ਹੋਣ, ਪਰ ਗੱਲ ਇਹ ਹੈ ਕਿ ਮੈਂ ਪੋਸਟ ਇਸ ਦੀ ਗੱਲ ਨਹੀਂ। ਪੋਸਟਿੰਗ ਜਿਹੜੀ ਆ ਨਾ ਬੰਦੇ ਦੀ ਕਿਤੇ ਵੀ ਹੋਵੇ, ਕਈ ਵਾਰੀ ਦੂਰ ਦਰਾਡੇ ਹੋ ਜਾਂਦੀ ਆ, ਆਥਣ ਨੂੰ ਵਾਪਸ ਆਉਣਾ ਔਖਾ ਹੋ ਜਾਂਦਾ। ਸਵੇਰੇ ਘਰੋਂ ਨਿਕਲਿਆ, ਹੁਣ ਮੇਰਾ ਇੱਕ ਰਿਸ਼ਤੇਦਾਰ ਆ, ਉਹਦੀ ਪੋਸਟਿੰਗ ਹੋ ਗਈ ਤਰਨਤਾਰਨ ਵੱਲ ਦੀ, ਫਰੀਦਕੋਟੋਂ ਹਰ ਰੋਜ਼ ਅੱਛਾ ਆਵੇ। ਜੀ, ਫਿਰ ਉਸ ਤੋਂ ਬਾਅਦ ਆਥਣੇ ਆਉਣਾ, ਹਨੇਰਾ ਹੋ ਜਾਂਦਾ, 4 ਵਜੇ ਤੱਕ ਡਿਊਟੀ। ਉਸ ਤੋਂ ਬਾਅਦ 2.5-3 ਘੰਟੇ ਆਉਣ ਤੇ ਬੱਸਾਂ 'ਚ ਜਾਵੇ ਬੰਦਾ, ਖੱਜਲ ਖੁਆਰ, ਬੱਸਾਂ ਬਦਲਣੀਆਂ ਕੰਮ ਸੌਖਾ ਹਾਂਜੀ, ਕਿਤੇ। ਹਾਂ। ਬਹੁਤ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ ਜਦੋਂ ਦੂਰ ਦੀ ਪੋਸਟਿੰਗ ਹੋ ਜੇ। ਹੋ ਗਿਆ। ਹਾਂਜੀ, ਖਬਰ ਤੁਸੀਂ ਵੀ ਸਾਂਝੀ ਕਰ ਲਓ, ਮੇਰੇ ਕੋਲ ਤਾਂ ਹੈ ਹੀ ਨਹੀਂ। ਤੁਸੀਂ ਮੇਰੇ ਕੋਲੇ ਪੋਸਟ ਤੇ ਪੋਸਟਿੰਗ ਦੋ ਗੱਲਾਂ ਕੀਤੀਆਂ ਹਾਂਜੀ, ਤੇ ਮੈਂ ਦੱਸਤਾ। ਮੈਂ ਪੋਸਟਿੰਗ ਦੀ ਤਾਂ ਗੱਲ ਹੀ ਨਹੀਂ ਕੀਤੀ, ਪੱਲੇ ਵੀ ਬਣਾ ਲਈ ਹੈ। ਅੱਛਾ, ਮੈਂ ਤਾਂ ਪੋਸਟ ਦੀ ਗੱਲ ਕਰ ਰਹੀ ਸੀ। ਫੇਰ ਉਹੀ ਗੱਲ, ਉਹ- ਪੋਸਟ ਭਾਵੇਂ ਫੌਜੀ ਵੀਰ ਦੀ ਹੋਵੇ, ਹਰ ਪੋਸਟ ਸੁਰੱਖਿਅਤ ਰਹਿਣੀ ਚਾਹੀਦੀ ਆ। ਜਦੋਂ ਮੈਂ ਖਬਰ ਦੱਸੀ ਨਾ, ਹਾਂ। ਸਾਰਾ ਪਰਿਵਾਰ ਕਹੂਗਾ ਕਿ ਅੱਜ ਵਾਕਈ ਭਿੰਡੀ ਗਲਤ ਖਾ ਲਈ। ਅੱਛਾ, ਹਾਂ ਬੀਆਂ ਵਾਲੀ ਸੀ ਇਹ। ਹਾਂ, ਇਹ ਪੱਕੀ ਹੋਈ ਸੀ, ਸਿਟੀਜ਼ਨ ਵਾਲੀ। ਹਾਂ। ਹਾਂ, ਹੁਣ ਮੈਂ ਦੱਸਾਂ, ਆਉਣ ਦਿਓ। ਹੁਣ ਬੋਲਿਓ ਨਾ ਵਿੱਚ। ਹਾਂ, ਹਾਂ। ਮੈਂ ਤਾਂ ਸੋਸ਼ਲ ਮੀਡੀਆ ਤੇ ਪਾਈ ਪੋਸਟ ਦੀ ਗੱਲ ਕਰੀ ਜਾਂਦੀ ਸੋਸ਼ਲ ਮੀਡੀਆ ਤੇ ਹਮੇਸ਼ਾ ਸਹੀ ਪੋਸਟ ਪਾਉਣੀ ਚਾਹੀਦੀ ਆ। ਗਲਤ ਪੋਸਟਾਂ ਪਾ ਕੇ ਕਈ ਲੋਕ ਅਫਵਾਹਾਂ ਫੈਲਾਉਂਦੇ, ਲਾਹਨਤ। ਲੱਖ ਦੀ। ਹਾਂ, ਹਾਂ, ਹੁਣ ਮੈਂ ਦੱਸਾਂ, ਆਉਣ ਦਿਓ। ਮੈਂ ਤਾਂ ਬੀਬੀ ਬਲਜਿੰਦਰ ਕੌਰ ਦੀ ਪੋਸਟ ਦੀ ਗੱਲ ਕਰ ਰਹੀ ਹਾਂ। ਜਿਹੜੀ ਉਹਨਾਂ ਨੇ ਪੋਸਟ ਪਾਈ ਆ, ਉਹਨਾਂ ਦੇ ਮਨ ਦੇ ਵਲਵਲੇ ਉੱਠੇ ਆ। ਹਾਂਜੀ ਹਾਂਜੀ, ਹਾਂ ਹਾਂ, ਉਹਨਾਂ ਨੇ ਜਿਹੜੀ ਪੋਸਟ ਪਾਈ ਆ, ਉਹਦੇ ਵਿੱਚ ਸ਼ਾਇਰਾਨਾ ਅੰਦਾਜ਼ ਪੇਸ਼ ਕੀਤਾ। ਬਿਲਕੁਲ। 2 ਸਤਰਾਂ ਦੇ ਸ਼ੇਰ ਦੇ ਰਾਹੀਂ ਉਹਨਾਂ ਨੇ ਆਪਣਾ ਵਲਵਲਾ ਪੇਸ਼ ਕੀਤਾ। ਸ਼ੇਰ ਮੈਂ ਆਉਣ ਦਿਓ। अर्ज करा, इरशाद कहो। इरशाद। हाँ, ये वैसे उन्होंने तो लिखा, मतलब उन्होंने सोशल मीडिया ते पाया, लिखा तो खैर पता नहीं किदा होगा। कहते खामोशी कभी बेवजह नहीं होती, खामोशी कभी भी बेवजह नहीं होती, कुछ दर्द आवाज छीन लेते हैं। कुछ दर्द आवाज छीन लेते हैं। हाँ। मैं सोचा पिछले कई दिनों तो ਬੀਬੀ ਜੀ, ਸਤਿਕਾਰਯੋਗ ਬੀਬੀ ਜੀ, ਬੋਲਦੇ ਕਿਉਂ ਨਹੀਂ ਗਏ? ਹਾਂਜੀ ਉਹਨਾਂ ਦੇ ਸ਼ੇਰ ਦੇ ਰਾਹੀਂ ਸਾਰੀ ਗੱਲ ਉਗੜ ਕੇ ਸਾਹਮਣੇ ਆਉਂਦੀ ਹੈ ਵੀ ਕੋਈ ਨਾ ਕੋਈ ਗੱਲ ਹੈ ਮਨ ਦੇ ਵਿੱਚ। ਹਾਂਜੀ, ਨਾਲ ਉਹਨਾਂ ਨੇ ਇਹ ਵੀ ਲਿਖਿਆ ਆਪਣੀ ਪੋਸਟ ਦੇ ਉੱਤੇ ਕਿ ਮੇਰੇ ਇਸ ਸ਼ੇਰ ਦੇ ਰਾਜਨੀਤਿਕ ਅਰਥ ਨਾ ਕੱਢੇ ਜਾਣ, ਜੀ ਪਰ ਵੱਡੇ ਵੱਡੇ ਰਾਜਨੀਤਿਕ ਮਾਹਰ ਵੀ ਇਹਦੇ ਰਾਜਨੀਤਿਕ ਅਰਥ ਹੀ ਕੱਢਦੇ ਆ। ਹਾਂਜੀ, ਉਹ ਕਹਿੰਦੇ ਵੀ ਬੀਬੀ ਜੀ ਦੇ ਮਨ ਦੇ ਵਿੱਚ ਕੁਝ ਚੱਲਦਾ, ਕੋਈ ਗੁੱਸਾ ਗਿਲਾ ਹੈ ਉਹਨਾਂ ਦੇ ਮਨ ਦੇ ਵਿੱਚ ਕੋਈ ਗੁੱਸਾ ਗਿਲਾ, ਯਾਰ ਤੁਸੀਂ ਮੰਤਰੀ ਬਣਾਉਣਾ ਸੀਗਾ। ਹਾਂਜੀ। ਲੋਕ ਇਹ ਗੱਲ ਕਹਿੰਦੇ ਆ ਵੀ ਕਿਉਂ ਨਹੀਂ ਬਣਾਇਆ, ਅੱਛਾ ਜੀ, ਲੋਕਾਂ ਦੇ ਅੰਦਾਜ਼ੇ ਆ। ਸੋ ਪ੍ਰੋਫੈਸਰ ਬਲਜਿੰਦਰ ਕੌਰ ਹੋਰਾਂ ਦੇ ਮਨ ਦੇ ਵਿੱਚ ਜੇਕਰ ਕੋਈ ਸ਼ਿਕਵਾ ਹੈ ਤਾਂ ਉਹਨਾਂ ਨੇ ਪ੍ਰਗਟਾਵਾ ਕੀਤਾ। ਜੀ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਇਦਾਂ ਦੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਪੋਸਟ ਪਾਈ ਸੀ, ਜਿਹਦਾ ਉਦੋਂ ਵੀ ਰੌਲਾ ਬਹੁਤ ਜ਼ਿਆਦਾ ਪਿਆ ਸੀ। ਉਸ ਤੋਂ ਬਾਅਦ 'ਚ ਇਹ ਦੂਜੀ ਪੋਸਟ ਆ, ਇਹ ਵੀ ਸ਼ਾਇਰੀ ਸਿੱਖ ਗਏ ਨੇ, ਹੁਣ ਸ਼ਾਇਰਾਨਾ ਅੰਦਾਜ਼ ਦੇ ਵਿੱਚ ਗੱਲਾਂ ਕਰ ਰਹੇ ਨੇ। ਪਿਛਲੀ ਸਰਕਾਰ ਦੇ ਵਿੱਚ ਸ਼ਾਇਰ ਸੀਗੇ 2, ਇੱਕ ਤਾਂ ਮੈਨੂੰ ਪਤਾ ਹੈ, ਹਾਂ। ਦੂਜੇ ਕੌਣ? ਇੱਕ ਨਵਜੋਤ ਸਿੰਘ ਸਿੱਧੂ, ਹਾਂਜੀ, ਦੇਖੋ ਮੈਂ, ਹਾਂ ਹਾਂ, ਠੀਕ ਆ, ਤੇ ਇੱਕ ਮਨਪ੍ਰੀਤ ਸਿੰਘ ਬਾਦਲ। ਓ ਯੈਸ, ਮਾਫੀ ਚਾਹਨੀ ਆ, ਹਾਂ। ਮੈਂ ਭੁੱਲ ਗਈ ਸੀ। ਵਾਕਈ ਸਹੀ ਗੱਲ ਆ। ਤੇ ਹੁਣ ਵੀ ਇੱਕ ਸ਼ਾਇਰ ਸਾਹਿਬ ਹੈਗੇ ਨੇ ਜੀ, ਪਰ ਦੇਖੋ ਜੋ ਵੀ ਗਿਲੇ ਸ਼ਿਕਵੇ ਨੇ ਉਹ ਮਿਟਣੇ ਚਾਹੀਦੇ ਨੇ। ਹਾਸਾ ਇੱਕ ਪਾਸੇ ਰਿਹਾ, ਜੋ ਵੀ ਗਿਲੇ ਸ਼ਿਕਵੇ ਕਿਸੇ ਦੇ ਵਿੱਚ ਵੀ, ਹੁਣ ਕਿਸੇ ਪਾਰਟੀ 'ਚ, ਕਿਸੇ ਘਰ ਦੇ ਵਿੱਚ, ਕਿਸੇ ਦੋ ਜੀਆਂ ਦੇ ਵਿੱਚ, ਕਿਸੇ 'ਚ ਵੀ ਗਿਲੇ ਸ਼ਿਕਵੇ ਹੁਣ ਉਹ ਮਿਟਣੇ ਚਾਹੀਦੇ ਨੇ, ਤਾਂ ਹੀ ਜਿਹੜੀ ਅੱਗੇ ਜ਼ਿੰਦਗੀ ਦੌੜਦੀ ਹੈ, ਨਹੀਂ ਤਾਂ ਬੰਦਾ ਉੱਥੇ ਕਿਤੇ ਖੜ ਜਾਂਦਾ। ਬਿਲਕੁਲ ਸਹੀ ਗੱਲ ਆ। ਸੋ ਜਿਹੜੇ ਵੀ ਗਿਲੇ ਸ਼ਿਕਵੇ ਹੋਣ, ਪਤਾ ਨਹੀਂ ਹੈਗੇ ਕਿ ਨਹੀਂ ਹੈਗੇ, ਜੀ, ਜੀ, ਅਸੀਂ ਤਾਂ ਇਸ ਗੱਲ ਤੋਂ ਇੱਕ ਅੰਦਾਜ਼ਾ ਲਾਉਨੇ ਆ, ਜੇਕਰ ਹੈਗੇ ਸਤਿਕਾਰਯੋਗ ਆ, ਸਾਰੇ ਹਲਕਿਆਂ ਦੇ ਕੰਮ ਹੋਣ ਬੜੇ ਸੋਹਣੇ,
ਸਾਰੇ ਹੀ ਪਾਰਟੀਆਂ ਵਾਲੇ ਰਹਿਣ ਬੜੇ ਸਰਗਰਮ, ਹਾਂਜੀ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਉਤਰੇ ਆਉਣ ਖਰੇ, ਜੀ ਤੇ ਲੋਕ ਲੱਭਦੇ ਫਿਰਨ ਵੀ ਭਾਈ ਇਹਨੂੰ ਹੀ ਉਮੀਦਵਾਰ ਬਣਾਉਣਾ, ਜੇਕਰ ਇਹਨੂੰ ਨਾ ਬਣਾਇਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ। ਬਿਲਕੁਲ ਸਹੀ। ਐਦਾਂ ਦਾ ਕਦੇ ਮੌਕਾ ਪੈਦਾ ਹੋ ਜੇ ਨਾ, ਵੱਟ ਨਿਕਲ ਜਾਣਗੇ, ਵੱਟ ਵਿਕਾਸ ਵਾਲੇ। ਜੱਜ ਦਾ ਵਿਚਾਰ। ਹਰਭਜਨ ਮਾਨ ਦਾ ਗਾਣਾ ਸੁਣਿਆ? ਕਿਹੜਾ ਜੀ? ਚਿੱਠੀਏ ਨਹੀਂ ਚਿੱਠੀਏ ਹੰਝੂਆਂ ਨਾਲ ਲਿਖੀਏ, ਦੂਰ ਵਤਨਾਂ ਤੋਂ ਰਹਿੰਦਾ ਮੇਰਾ ਲਾਲ, ਆਖੀ ਮੇਰੇ ਸੋਹਣੇ ਚੱਲ ਨੂੰ, ਆਖੀ ਮੇਰੇ ਸੋਹਣੇ ਪੁੱਤ ਨੂੰ, ਤੇਰੀ ਮਾਂ ਦਾ ਬੁਰਾ ਚੰਨਾ ਹਾਲ। ਹਾਂ, ਬਹੁਤ ਖੂਬਸੂਰਤ ਗੀਤ ਆ। ਬਹੁਤ ਖੂਬਸੂਰਤ ਗੀਤ। ਇਹ ਹਰ ਇੱਕ ਜਿਹੜਾ ਵਿਦੇਸ਼ਾਂ ਦੇ ਵਿੱਚ ਵਸਦਾ ਕੋਈ ਜੀ ਹੈ, ਜਿਹੜਾ ਵਿਦੇਸ਼ਾਂ ਦੇ ਵਿੱਚ ਵਸਦੇ ਭੈਣ ਭਰਾ ਨੇ ਸਾਡੇ, ਇਹ ਹਰ ਇੱਕ ਦੀ ਮੈਨੂੰ ਲੱਗਦਾ ਵਿਥਿਆ। ਬਿਲਕੁਲ ਸਹੀ ਗੱਲ ਆ। ਇੱਕ ਚਿੱਠੀ ਤੇਰੀ ਆਈ, ਚਿੱਤ ਪੜ੍ਹ ਕੇ ਉਦਾਸ ਹੋਇਆ, ਪੜ੍ਹਿਆ ਤਾਂ ਲੱਗਦਾ ਨਜੀ ਨੀ ਮਾਂ, ਇਹ ਵੀ ਇੱਕ ਗਾਣਾ ਸੀ। ਵਾਹ ਕੀ ਬਾਤ ਹੈ। ਚਿੱਠੀਆਂ ਦੇ ਬਹੁਤ ਸਾਰੇ ਗੀਤ ਨੇ ਟਾਣਾ ਸਾਹਿਬ। ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ, ਇੱਕ ਇਹ ਵੀ ਸੀ। ਕਬੂਤਰ ਜਾ 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 ਵੀ ਸੀ। कबूतर जा जा जा, पहले प्यार की पहली चिट्ठी साजन से ले आ, फिर दे आ, नहीं। फिर ले आ, एक होर दे आ, वेख ला ਐਡਾ ਕਬੂਤਰ ਵੇਲਾ दाने खा के फिर चला जा, फिर ले आ, कुछ इदा भी सी। ਆਦੀ ਹੋ ਗਈ ਟਾਣਾ ਕੀ ਹੋਇਆ? ਸਾਹਿਬ। ਕਬੂਤਰ ਐਡਾ ਵੇਲਾ ਵਿਚਾਰਾ ਜਾਇਆ ਲੈ ਆ ਤੇ ਹੋਰ ਕਬੂਤਰ ਨੇ ਹਲ ਬਾਉਣਾ, ਜਿਹੜਾ ਕੰਮ ਆਉਂਦਾ ਤੋਂ ਕਰਾਓ। ਹੋ ਹੈ ਹਾਂ, ਪਰ ਕਬੂਤਰ ਨੂੰ ਪਤਾ ਕਿਵੇਂ ਪਤਾ ਲੱਗਦਾ ਹੋਊਗਾ ਵੀ ਚਿੱਠੀ ਫਲਾਣੇ ਘਰੇ ਦੇ ਕੇ ਆਉਣੀ ਹੈ? ਪਹਿਲਾਂ ਸੱਜਣਾ ਜਿਹੜਾ ਉਹ 10-20 ਵਾਰੀ ਕਬੂਤਰ ਨਾਲ ਲੈ ਕੇ ਜਾਂਦਾ ਹੋਊਗਾ ਵੀ ਭਾਈ ਖਿਆਲ ਰੱਖੀ, ਇੱਥੋਂ ਪਹੀ ਤੋਂ ਇਧਰਲੇ ਪਾਸੇ ਨੂੰ ਹੋ ਜਾਣਾ, ਆ ਟਾਲੀ ਤੋਂ ਸੱਜੇ ਨੂੰ ਹੋ ਜਾਣਾ। ਹੁਣ ਇਹ ਨਹੀਂ ਵੀ ਟਾਲੀ ਤੇ ਬੈਠਾ ਗੁੱਟਰ ਕੋ ਕਰੀ ਜਾਵੇ। ਹਾਂ, ਉਧਰ ਚਿੱਠੀ ਲੇਟ ਹੋ ਜੇ। ਹਾਂ, 100 ਗੱਲਾਂ ਹੁੰਦੀਆਂ ਜੀ ਬਿਲਕੁਲ। ਪਰ ਤੁਹਾਨੂੰ ਚਿੱਠੀ ਵਾਲੇ ਗੀਤ ਕਿਉਂ ਚੇਤੇ? ਜਦੋਂ ਨਾ ਨਿੱਕੇ ਹੁੰਦੇ ਸੀ ਵੇਂਦੇ ਸੀਗੇ, ਜਿਹੜੇ ਬਜ਼ੁਰਗ ਆ ਸਾਡੇ, ਉਹ ਨਾ ਇੱਕ ਜਦੋਂ ਬਲਦ ਦੇ ਉੱਤੇ ਬਲਦ ਕੱਢਾ ਜਾਂਦਾ ਸੀਗਾ, ਉਹਦੇ ਮਗਰ ਇੱਕ ਵੱਛਾ ਵਛੇਰਾ ਬੰਨ੍ਹ ਕੇ ਰੱਖਦੇ ਸੀਗੇ, ਉਹਨੂੰ ਕਹਿੰਦੇ ਸੀ ਹਾਲੀ ਕੱਢਣਾ। ਅੱਛਾ ਜੀ। ਉਹ ਰਾਹ ਸਿੱਖ ਜਾਂਦਾ ਸੀ ਸਾਰੇ, ਭਾਵੇਂ ਉੱਤੇ ਨਾ ਵੀ ਮਾਲਕ ਬੈਠਾ ਹੋਵੇ ਗੱਡੇ ਤੇ, ਉਹ ਆਪੇ ਹੀ ਚਲਾ ਜਾਂਦਾ ਸੀ ਖੇਤ। ਵਾਹ। ਉੱਥੋਂ ਸਮਾਨ ਰੱਖੋ, ਉੱਤੇ ਪੱਠਿਆਂ ਦੀਆਂ ਪੰਡਾਂ ਰੱਖੋ, ਤੂੜੀ ਦੀਆਂ ਪੰਡਾਂ ਰੱਖੋ, ਉਹ ਸਿੱਧਾ ਘਰੇ ਲਿਆਉਂਦਾ ਸੀ। ਉਹ ਮਗਰ ਜਿਹੜਾ ਵਛੇਰਾ ਹੁੰਦਾ ਸੀਗਾ, ਉਹ ਸਿਰਫ ਤੇ ਸਿਰਫ ਉਹਨੂੰ ਸਿਖਾਉਣ ਦੇ ਲਈ ਵੀ ਰਾਹਾਂ ਦਾ ਭੇਤੀ ਹੋ ਜੇ, ਉਹਨੂੰ ਪਤਾ ਲੱਗੇ ਵੀ ਭਾਈ ਕਿਵੇਂ ਆਈਦਾ ਕਿਵੇਂ ਜਾਈਦਾ। ਹੁਣ ਤਾਂ ਉਹ ਕਿਸੇ ਦੀ ਮੰਨ ਕੇ ਨਹੀਂ ਰਾਜੀ, ਬੰਦਾ ਨਹੀਂ ਮੰਨਦਾ। ਨਾ ਨਾ, ਬੰਦੇ ਨੂੰ ਮੈਨੂੰ ਸਭ ਪਤਾ, ਜੋ ਕਿਤੇ ਜਾਂਦਾ ਕਿਤੇ ਹੋ ਰਹੀ ਆ, ਪਤਾ ਹੀ ਨਹੀਂ ਲੱਗਦਾ ਹੈ ਨਾ। ਪਰ ਚਿੱਠੀ, ਹਾਂ ਤਾਂ ਚਿੱਠੀ ਦੀ ਗੱਲ ਸੀਗੀ। ਚਿੱਠੀ ਇਹ ਆ ਬਈ ਗੁਰਮੀਤ ਰਾਮ ਰਹੀਮ ਹੋਰਾਂ ਨੇ ਨਾ ਜੇਲ੍ਹ ਦੇ ਵਿੱਚੋਂ ਲਿਖੀ ਆ ਆਪਦੇ ਡੇਰੇ ਨੂੰ। ਅੱਛਾ ਜੀ। ਉਹਦੇ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਦੀ ਸਫਾਈ ਦਿੱਤੀ ਆ, ਕੀ ਕਹਿੰਦੇ ਤੇ ਪੜ੍ਹ ਕੇ ਵੀ ਸੁਣਾਈ ਉੱਥੇ ਡੇਰੇ ਦੇ ਵਿੱਚ। ਉਹ ਕਹਿੰਦੇ ਵੀ ਦੇਖੋ, ਸਾਡੇ ਡੇਰੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭਿੰਨ ਭੇਦ ਨਹੀਂ। ਅੱਛਾ ਜੀ। ਸਾਡੇ ਡੇਰੇ ਦੇ ਵਿੱਚ ਕੋਈ ਖਖੜੀਆਂ ਕਰੇਲੇ ਵਾਲੀ ਕਹਾਣੀ ਹੈ ਨਹੀਂ, ਸਾਡੇ ਡੇਰੇ ਦੇ ਵਿੱਚ ਕੋਈ ਭਾਟੋ ਧਾੜ ਹੈ ਨਹੀਂ। ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਸੀ ਵੀ ਡੇਰੇ ਦੇ ਵਿੱਚ ਬਣ ਗਏ ਗਰੁੱਪ, ਧੜੇਬੰਦੀ ਦੇ ਵਿੱਚ ਵੰਡਿਆ ਗਿਆ, ਪਰ ਉਹ ਕਹਿੰਦੇ ਨਾ, ਇਦਾਂ ਦੀ ਤਾਂ ਭਾਈ ਗੱਲ ਹੀ ਕੋਈ ਨਹੀਂ। ਜਿਹੜੇ ਮੇਰੇ ਭਗਤ ਆ, ਮੈਂ ਅੱਜ ਵੀ ਉਹਨਾਂ ਦੇ ਨਾਲ ਆ, ਮੈਂ ਤੁਹਾਡਾ ਗੁਰੂ ਸਾਂ ਹਾਂ ਤੇ ਰਹਾਂਗਾ। ਪਰ ਕਹਿੰਦੇ ਸੀ ਕਿ ਸ਼ਾਇਦ ਹਨੀਪ੍ਰੀਤ ਦਾ ਕਰਕੇ ਪਰਿਵਾਰ ਦੇ ਵਿੱਚ ਕੋਈ ਵਿਵਾਦ ਜਾਂ ਚੱਲ ਰਿਹਾ ਹੈ, ਸ਼ਾਇਦ ਹਨੀਪ੍ਰੀਤ ਦੇ ਨਾਲ ਕੋਈ ਵਿਵਾਦ ਚੱਲ ਰਿਹਾ ਹੈ, ਸ਼ਾਇਦ ਕੋਈ ਕਬਜ਼ੇ ਵਾਲੀਆਂ ਗੱਲਾਂ, ਕੋਈ ਕਹਿੰਦੇ ਸੀ ਖਖੜੀਆਂ ਕਰੇਲੇ ਹੋ ਗਏ, ਪਤਾ ਨਹੀਂ, ਗੱਲਾਂ ਤਾਂ ਇਦਾਂ ਦੀਆਂ ਉੱਠ ਰਹੀਆਂ ਸੀ। ਨਹੀਂ, ਚਿੱਠੀ ਤੇ ਲਿਖਿਆ ਉਹਨਾਂ ਨੇ, ਉਹ ਕਹਿੰਦੇ 21 ਦਿਨ ਮੈਂ ਬਾਹਰ ਰਹਿ ਕੇ ਗਿਆ ਫਰਲੋ ਤੇ, ਪਰ ਜਦੋਂ ਮੈਂ ਵਾਪਸ ਵੀ ਜਾਣਾ ਸੀ ਜੇਲ੍ਹ ਦੇ ਵਿੱਚ, ਤੇ ਮੇਰੇ ਦੋਵੇਂ ਧੀਆਂ, ਮੇਰਾ ਪੁੱਤ ਤੇ ਹਨੀਪ੍ਰੀਤ, ਚਾਰੇ ਜਾਣੇ ਮੈਨੂੰ ਵਾਪਸ ਜੇਲ੍ਹ ਦੇ ਵਿੱਚ ਛੱਡਣ ਆਏ ਆ। ਮਤਲਬ ਇਹ ਵੀ ਚਾਰੇ ਇਕੱਠੇ ਆ। ਤੇ ਜਿਹੜੇ ਮੇਰੇ ਬੱਚਿਆਂ ਨੇ ਬਾਹਰ ਜਾਣ ਦੀ ਗੱਲ ਹੈ, ਕਿਉਂਕਿ ਕਈ ਲੋਕ ਇਹ ਗੱਲ ਕਹਿੰਦੇ ਵੀ ਭਾਈ ਇੱਥੇ ਹਨੀਪ੍ਰੀਤ ਦਾ ਕਬਜ਼ਾ ਤੇ ਟੱਬਰ ਆ ਜਿਹੜਾ ਛੱਡ ਕੇ ਸਾਰਾ ਕੁਝ ਵਿਦੇਸ਼ ਚੱਲਿਆ। ਉਹ ਕਹਿੰਦੇ ਵੀ ਉਹਨਾਂ ਦੇ ਨਿਆਣੇ ਆ ਜਿਹੜੇ ਉਹ ਬਾਹਰ ਪੜ੍ਹਨਾ ਚਾਹੁੰਦੇ ਆ, ਉਹ ਜਾ ਰਹੇ ਆ, ਤੇ ਕੋਈ ਇਦਾਂ ਦੀ ਗੱਲ ਹੈ ਨਹੀਂ, ਸਾਰੇ ਇਕੱਠੇ ਆ। ਨਾ ਅਸੀਂ ਕਦੇ ਕਿਸੇ ਧਰਮ ਗ੍ਰੰਥ ਦੀ ਬੇਅਦਬੀ ਕੀਤੀ ਆ, ਨਾ ਕਦੇ ਕਰਨੀ ਆ, ਇਦਾਂ ਦੀਆਂ ਗੱਲਾਂ ਨਾ ਕਰੋ। ਅੱਛਾ ਜੀ। ਪਰ ਚਲੋ, ਲੋਕੀ ਗੱਲਾਂ ਬਹੁਤ ਸਾਰੀਆਂ ਕਰ ਰਹੇ ਨੇ, ਲੋਕੀ ਜਿਹੜੇ ਵਿਚਾਰ ਬਹੁਤ ਤਰ੍ਹਾਂ ਦੇ ਪ੍ਰਗਟ ਕਰ ਰਹੇ ਨੇ, ਪਤਾ ਨਹੀਂ ਇਹਦੇ 'ਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ, ਸਮਾਂ ਰਹਿੰਦਿਆਂ ਸਾਰਾ ਸੱਚ ਸਾਹਮਣੇ ਆ ਹੀ ਜਾਂਦਾ। ਪਰ ਨਾ ਇੱਕ ਗੱਲ ਮੈਂ ਹੋਰ ਦੱਸਦਾ, ਦੇਖੋ ਇਹ ਤਾਂ ਮੇਰੇ ਮਨ ਦਾ ਆਪਦਾ ਵਲਵਲਾ ਨਿੱਜੀ ਤੌਰ ਤੇ, ਉਹ ਇਹ ਆ ਵੀ ਐਤਕੀ ਨਾ ਜਿਹੜੀਆਂ ਚੋਣਾਂ ਦੇ ਵਿੱਚ ਨਤੀਜੇ ਆਏ ਆ, ਬੜੇ ਹੀ ਭੁਲੇਖੇ ਨਿਕਲ ਗਏ ਜੀ। ਨਾ ਤਾਂ ਚੱਲਿਆ ਕੋਈ ਜਾਤ ਪਾਤ ਦਾ ਪਤਾ, ਤੇ ਨਾ ਹੀ ਚੱਲਿਆ ਕਿਸੇ ਡੇਰੇ ਦਾ ਕੋਈ ਪਤਾ ਜੀ। ਸਭ ਨੂੰ ਸਭ ਕੁਝ ਪਤਾ ਲੱਗ ਗਿਆ। ਕਈ ਬੰਦੇ ਆਵੇ ਭੁਲੇਖੇ 'ਚ ਫਿਰਦੇ ਸੀ ਕਿ ਇਧਰ ਕੋ ਵੋਟ ਪੜ ਜਾਏਗੀ, ਚੁਣਾਵ में ऐसे हो जाएगा, समीकरण पूठा हो जाएगा, समीकरण सीधा हो जाएगा। ਇਦਾਂ ਦੀ ਕੋਈ ਗੱਲ ਨਹੀਂ, ਲੋਕਾਂ ਨੇ ਕਤਾਰਾਂ ਬਨ ਪਾਈਆਂ ਵੋਟਾਂ। ਹਾਂ, ਤੇ ਜਿਹੜੇ ਲੋਕਾਂ ਨੇ ਸਮੀਕਰਨ ਪੁੱਠੇ ਸਿੱਧੇ ਕੀਤੇ ਆ ਨਾ, ਉਹ ਕਿਸੇ ਦੀ ਸਮਝ ਹੀ ਨਹੀਂ ਆਈ। ਹਾਲੇ ਤੱਕ ਧਰ ਨਹੀਂ ਨਿਕਲੀ ਕਈਆਂ ਦੀ। ਹਾਂ, ਬਿਲਕੁਲ ਸਹੀ ਹੈ। ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਮਾਲਿਸ਼ ਕਿਹੜੇ ਪਾਸੇ ਕਰਾਂਗੇ। ਹਾਂ, ਪਰ ਟਾਣਾ ਸਾਹਿਬ, ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਇੱਕ ਆਮ ਇਨਸਾਨ ਕੀ ਕਰ ਸਕਦਾ, ਇੱਕ ਵੋਟਰ ਕੀ ਕਰ ਸਕਦਾ, ਪਰ ਉਹ ਸਾਰੀਆਂ ਗੱਲਾਂ ਦੇ ਉੱਪਰ ਕਾਟਾ ਫਿਰ ਗਿਆ। ਇੱਕ ਵੋਟਰ ਬਹੁਤ ਕੁਝ ਕਰ ਸਕਦਾ, ਬਿਲਕੁਲ ਸਹੀ ਗੱਲ। ਇੱਕ ਆਮ ਇਨਸਾਨ ਚੁੱਪ ਚਪੀਤੇ ਬਹੁਤ ਕੁਝ ਕਰ ਸਕਦਾ ਹੈ, ਤੇ ਇਹ ਗੱਲ ਹਰ ਇੱਕ ਪਾਰਟੀ ਨੂੰ ਚੇਤੇ ਰੱਖਣੀ ਚਾਹੀਦੀ ਹੈ। ਬਿਲਕੁਲ ਸਹੀ। ਜਿਹੜੇ ਅੱਜ ਕੁਰਸੀਆਂ ਤੇ ਬੈਠੇ ਨੇ ਉਹਨਾਂ ਨੂੰ ਵੀ, ਤੇ ਜਿਹੜੇ ਕੁਰਸੀਆਂ ਤੋਂ ਪਾਸੇ ਨੇ ਉਹਨਾਂ ਨੂੰ ਵੀ। ਸਹੀ। ਜੱਜ ਦਾ ਵਿਚਾਰ। ਟਾਣਾ ਸਾਹਿਬ, ਇੱਕ ਨਾ ਬਹੁਤ ਦੁਚਿੱਤੀ ਜੀ ਪੈਦਾ ਹੋਈ ਆ, ਹਰ ਗੱਲ ਦੇ ਵਿੱਚ ਦੁਚਿੱਤੀ ਆ। ਹਾਂ,
ਭਾਰਤ ਦੁਚਿੱਤੀ ਦਾ ਘਰ ਬਣਦਾ ਜਾ ਰਿਹਾ ਜੀ ਬਿਲਕੁਲ। ਪਰ ਕੋਈ ਨਹੀਂ, ਬੰਦੇ ਨੂੰ ਕਲੀਅਰ ਸਪਸ਼ਟ ਹੋਣਾ ਚਾਹੀਦਾ। ਹਾਂ ਬਿਲਕੁਲ, ਪਰ ਇੱਕ ਦੁਚਿੱਤੀ ਦੂਰ ਹੋਣ ਦੀ ਜ਼ਰੂਰਤ ਹੈ। ਅਕਾਲੀ ਦਲ ਵਾਲਿਆਂ ਨੂੰ ਤੇ ਕਾਂਗਰਸ ਵਾਲਿਆਂ ਨੂੰ ਅਜੇ ਤੱਕ ਪਤਾ ਹੀ ਨਹੀਂ ਲੱਗ ਪਾ ਰਿਹਾ ਕਿ ਉਹ ਹਾਰੇ ਕਿਉਂ। 10 ਮਾਰਚ ਦੇ ਨਤੀਜੇ ਆਏ ਆ, ਹਾਂਜੀ। ਹਾਲੇ ਤੱਕ ਪਤਾ ਨਹੀਂ ਲੱਗਿਆ। ਬੜੇ ਮੰਥਨ ਕਰ ਲਏ, ਬੜੀਆਂ ਮੀਟਿੰਗਾਂ ਕਰ ਰਹੀਆਂ, ਬੜਾ ਆਪਣੇ ਜਿੰਨੇ ਵੀ ਸਾਥੀ ਨੇ ਉਹਨਾਂ ਨੂੰ ਪੁੱਛ ਲਿਆ ਵੀ ਕੀ ਗੱਲ ਬਣ ਗਈ, ਕੀ ਗੱਲ ਬਣ ਗਈ, ਪਰ ਪਤਾ ਨਹੀਂ ਲੱਗਦਾ। ਨਤੀਜਾ ਤਾਂ ਨਿਕਲੂਗਾ ਜੇ ਇਹ ਮੰਥਨ ਕਹਿਣਾ ਬੰਦ ਕਰਨਗੇ। ਅੱਛਾ ਜੀ। ਅਸੀਂ ਵਿਚਾਰ ਚਰਚਾ ਕੀਤੀ ਆ, ਹਾਰ ਦੇ ਕਾਰਨਾਂ ਦੀ ਪੜਤਾਲ ਕਰ ਰਹੇ ਆ। ਇਹ ਮੰਥਨ ਹਿੰਦੀ ਦਾ ਸ਼ਬਦ ਆ ਜੀ ਬਿਲਕੁਲ। ਇਦਾਂ ਨਾ ਕਰਿਆ ਕਰੋ। ਘੁਸਪੈਠ ਪਤਾ ਨਹੀਂ ਸਾਡੇ ਨੇਤਾ ਕਿਉਂ ਕਹਿੰਦੇ ਆ। ਇੱਕ ਜਦੋਂ ਸਿਰਲੇਖ ਲਿਖਿਆ ਹੁੰਦਾ ਨਾ ਅਖਬਾਰਾਂ ਦੇ ਵਿੱਚ ਕਿ ਮਹਿਲਾ ਵਿੰਗ ਕੋ ਐਸੇ ਕੀਆ, ਇੱਕ ਮਹਿਲਾ ਨੇ ਐ ਕੀਤਾ, ਯਾਰ ਔਰਤ ਕਹੋ। ਹਾਂ, ਮਹਿਲਾ ਤਾਂ ਹਿੰਦੀ ਦਾ ਸ਼ਬਦ ਆ। ਜੀ ਬਿਲਕੁਲ। ਅਸੀਂ ਪੰਜਾਬੀ ਦੇ ਵਿੱਚ ਹਿੰਦੀ ਕਿਉਂ ਵਾੜੀ ਜਾਂਦੇ ਆ? ਸ਼ਬਦਾਂ ਦੇ ਵਿੱਚ ਘੁਸਪੈਠ ਗਲਤ ਤਰੀਕੇ ਨਾਲ ਕਿਉਂ ਕਰਦੇ ਆ? ਸ਼ੁੱਧਤਾ ਹੀ ਸਾਡੀ ਪਛਾਣ ਹੈ। ਵਾਹ। ਇਹ ਬੰਦੇ ਦੇ ਕਿਰਦਾਰ ਤੇ ਵੀ ਲਾਗੂ ਹੁੰਦੀ ਗੱਲ, ਤੇ ਉਹਦੀ ਜ਼ੁਬਾਨ ਦੇ ਉੱਤੇ ਵੀ, ਉਹਦੇ ਸ਼ਬਦ ਭੰਡਾਰ ਦੇ ਉੱਤੇ ਵੀ ਲਾਗੂ ਹੁੰਦੀ ਆ। ਪਤਾ ਨਹੀਂ ਕਿਉਂ ਅਸੀਂ ਇਧਰੋਂ ਵੀ ਫੜ ਲਈ ਗੱਲ, ਇਧਰੋਂ ਵੀ ਫੜ ਲਈ, ਇਧਰੋਂ ਵੀ ਫੜ ਲਈ, ਇੰਜ ਨਾ ਕਰਿਆ ਕਰਕੇ। ਖੈਰ, ਜੇ ਤੁਹਾਨੂੰ ਨਹੀਂ ਪਤਾ ਲੱਗਦਾ, ਮੇਰੀ ਬੇਨਤੀ ਆ, ਦੇਖੋ ਆ ਫਿਰ ਮੈਂ ਹੱਥ ਜੋੜਦਾ। ਕਈ ਵਾਰੀ ਨਹੀਂ ਪਤਾ ਲੱਗਦਾ ਹੁੰਦਾ, ਬੰਦੇ ਦਾ ਧਿਆਨ ਕਿਤੇ ਹੋਰ ਹੁੰਦਾ। ਜੇਕਰ ਕਿਸੇ ਨੂੰ ਵੀ ਨਹੀਂ ਪਤਾ ਲੱਗ ਰਿਹਾ ਕਿ ਸਾਡੀ ਪਾਰਟੀ ਕਿਉਂ ਹਾਰੀ ਜਾਂ ਅਸੀਂ ਆਪ ਕਿਉਂ ਹਾਰੇ, ਤਾਂ ਮੇਰੇ ਨਾਲ ਆਓ, ਮੈਨੂੰ ਮਿਲ ਲਓ ਜਾਂ ਮੈਨੂੰ ਬੁਲਾ ਲਓ ਕਿਤੇ ਵੀ। ਆਪਾਂ ਇਕੱਠੇ ਹੋ ਕੇ ਪੰਜਾਬ ਦੇ 12,500 ਤੋਂ ਵੱਧ ਪਿੰਡਾਂ ਲਗਭਗ ਜੀ ਕਿਸੇ ਵੀ ਇੱਕ ਪਿੰਡ ਦੀ ਚੋਣ ਕਰਾਂਗੇ। ਕਿਸੇ ਵੀ ਇੱਕ ਪਿੰਡ ਦੀ, ਜਿੱਧਰ ਨੂੰ ਤੁਸੀਂ ਚਾਹੋਗੇ, ਮੇਰੀ ਇੱਛਾ ਮੁਤਾਬਕ ਨਹੀਂ। ਉਸ ਪਿੰਡ ਦੇ ਵਿੱਚ ਜਾ ਕੇ ਆਪਾਂ 10 ਸਾਲ ਦੇ ਜਾਂ 15 ਸਾਲ ਦੇ ਨਿਆਣੇ ਨੂੰ ਪੁੱਛਾਂਗੇ। 10-12 ਸਾਲ ਦੇ ਨਿਆਣੇ ਨੂੰ ਪਤਾ ਵੀ ਤੁਸੀਂ ਕਾਹਤੋਂ ਹਾਰੇ। ਹਾਂ, ਤੁਹਾਨੂੰ ਨਹੀਂ ਪਤਾ ਕਿਉਂਕਿ ਤੁਹਾਡੇ ਘਰੇ ਵੀ ਦਬਕਾ ਚੱਲਦਾ ਹੋਊਗਾ, ਨਿਆਣੇ ਤੁਹਾਨੂੰ ਨਹੀਂ ਦੱਸਦੇ ਕਿ ਪਾਪਾ ਕਿਉਂ ਹਾਰਿਆ, ਦਾਦਾ ਕਿਉਂ ਹਾਰਿਆ। ਮੈਂ ਤੁਹਾਨੂੰ ਲੈ ਕੇ ਜਾਊਂਗਾ, ਤੁਹਾਨੂੰ ਦੱਸਣਗੇ ਉਹ, ਪਰ ਤੁਸੀਂ ਨਾ ਧਿਆਨ ਦੇ ਨਾਲ ਸੁਣਿਓ ਤੇ ਗੁੱਸਾ ਨਾ ਕਰਿਓ। ਉਹ ਤੁਹਾਨੂੰ ਨਿਆਣਾ ਇਹ ਦੱਸੂਗਾ ਵੀ ਤੁਸੀਂ ਕੀਤਾ ਕਿਉਂ ਆ ਤੇ ਅੱਜ ਤੱਕ ਜਿੱਤੇ ਕਿਉਂ, ਪਹਿਲਾਂ ਤਾਂ ਇਹ ਦੱਸੋ। ਬਿਲਕੁਲ ਸਹੀ। ਉਹ ਨਿਆਣਾ ਤੁਹਾਨੂੰ ਇਹ ਦੱਸੂਗਾ ਵੀ ਤੁਸੀਂ 4.5 ਸਾਲ ਕੁੰਭ ਕਰਨ ਬੜੇ ਰਹੇ ਤੇ 6 ਮਹੀਨੇ ਲਈ ਤੁਸੀਂ ਉੱਠੇ ਤੇ ਇਹ ਕਹਿਣਾ ਸ਼ੁਰੂ ਕਰਤਾ ਕਮਾਲ ਕਰ ਦਿਆਂਗੇ, ਧੁੱਕੀ ਕੱਢ ਦਿਆਂਗੇ ਵਿਕਾਸ ਦੀ, ਸੜਕਾਂ ਪੱਟ ਕੇ ਬਹਿ ਗਏ। ਅਖੇ ਲੋਕ ਅੰਨੇ ਆ, ਜਿਹਨਾਂ ਨੂੰ ਲੋਕਾਂ ਨੂੰ ਦਿਸਿਆ ਨਹੀਂ ਹੁਣ ਤੱਕ। ਲੋਕਾਂ ਨੂੰ ਪਤਾ ਵੀ ਸੜਕਾਂ ਹੁਣ ਕਿਉਂ ਪੱਟੀਆਂ, ਆ ਪੁਲ ਜਾ ਹੁਣ ਕਦੋਂ ਬਣਾਉਣ ਲੱਗ ਪਏ ਆ। ਇਹ 4.5 ਸਾਲ ਕਿਉਂ ਨਹੀਂ ਬਣਿਆ? ਤੁਸੀਂ ਇੱਕ ਦੂਜੇ ਦੇ ਉੱਤੇ ਮਾੜਾ ਚੰਗਾ ਤਵਾ ਹੀ ਲਾਈ ਗਏ ਆ। ਤੁਸੀਂ ਕੰਮ ਕਿਹੜਾ ਕੀਤਾ? ਲੋਕ ਇਹ ਤੁਹਾਨੂੰ ਪੁੱਛਣਾ ਚਾਹੁੰਦੇ, ਨਿਆਣਾ ਵੀ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਭਾਈ ਇਹ ਕਿਹੜੇ ਕਾਰਨ ਆ ਪੰਜਾਬ ਦੇ ਸਿਰ ਕਰਜ਼ਾ ਵਧੀ ਜਾਂਦਾ, ਤੁਹਾਡੀ ਕੋਠੀ ਉੱਚੀ ਹੋਈ ਜਾਂਦੀ ਆ। ਪੰਜਾਬ ਦੇ ਲੋਕਾਂ ਦੇ ਕੋਲੇ ਸਾਈਕਲ ਨਹੀਂ ਆਉਂਦਾ ਹੁਣ ਨਵਾਂ, ਮੋਟਰਸਾਈਕਲ ਕਿਸ਼ਤਾਂ ਤੇ ਲੈਂਦੇ ਆ, ਕਾਰ ਕਿਸ਼ਤਾਂ ਤੇ ਲੈਂਦੇ ਆ। ਤੁਹਾਡੇ ਘਰੇ 10-10 ਕਾਰਾਂ ਖੜੀਆਂ, ਤੁਹਾਡੇ ਕੋਲੇ ਪੈਨਸ਼ਨ ਹੀ ਪੈਨਸ਼ਨਾਂ, 5-5 4-4 ਲੱਖ ਰੁਪਈਆ ਪੈਨਸ਼ਨ ਆ ਜਾਂਦੀਆਂ ਤੇ ਬੰਦਾ ਨੌਕਰੀ ਨੂੰ ਤਰਸੀ ਜਾਂਦਾ। ਘਰ ਘਰ ਰੁਜ਼ਗਾਰ ਤੁਸੀਂ ਕਿਹਨੂੰ ਦਿੱਤਾ? ਲੋਕ ਇਹ ਚਾਹੁੰਦੇ ਹੋ, ਬੱਚਾ ਚਾਹੂਗਾ ਵੀ ਮੈਨੂੰ ਦੱਸੋ ਮੇਰੇ ਭਾਪੇ ਨੂੰ ਰੁਜ਼ਗਾਰ ਕਿਉਂ ਨਹੀਂ ਮਿਲਿਆ, ਮੇਰੀ ਮੰਮੀ ਨੂੰ ਰੁਜ਼ਗਾਰ ਕਿਉਂ ਨਹੀਂ ਮਿਲਿਆ ਐਮਏ ਕਰਨ ਦੇ ਬਾਵਜੂਦ। ਛੋਟੀ ਜੀ ਗੱਲ ਆ, 15 ਮਿੰਟਾਂ ਦੇ ਵਿੱਚ ਮੈਂ ਤੁਹਾਡਾ ਮੰਥਨ ਕਰ ਦੂੰ, ਚਿੰਤਨ ਕਰਾ ਦੂੰ। ਬਿਲਕੁਲ ਸਹੀ ਗੱਲ ਹੈ। ਜਿੰਨੇ ਮੁੱਦੇ ਪੰਜਾਬ ਦੇ ਮੂਹਰੇ ਖੜੇ ਸੀ ਉਹ ਜਿਉਂ ਦੇ ਤਿਉਂ ਖੜੇ ਨੇ, ਚਾਹੇ ਉਹ ਬੇਰੁਜ਼ਗਾਰੀ ਹੋਏ, ਚਾਹੇ ਉਹ ਨਸ਼ਾ ਹੋਏ, ਚਾਹੇ ਉਹ ਸਿਹਤ ਸਹੂਲਤਾਂ ਦੀ ਗੱਲ ਹੋਏ, ਚਾਹੇ ਉਹ ਐਜੂਕੇਸ਼ਨ ਦੀ ਪੜ੍ਹਾਈ ਲਿਖਾਈ ਦੀ ਗੱਲ ਹੋਏ, ਸਿੱਖਿਆ ਦੀ ਗੱਲ ਹੋਏ, ਚਾਹੇ ਉਹ ਸੁਰੱਖਿਆ ਦੀ ਗੱਲ ਹੋਏ, ਚਾਹੇ ਲੋਕਾਂ ਦੀਆਂ ਜੇਬਾਂ ਤੇ ਪੈਂਦੇ ਹੋਏ ਡਾਕਿਆਂ ਦੀ ਗੱਲ ਹੋਏ, ਚਾਹੇ ਫਿਰ ਹੋਰ ਜਿੰਨੀਆਂ ਸਮੱਸਿਆਵਾਂ। ਅੱਜ ਤੇ ਅਸੀਂ ਤਾਂ ਗਲੀਆਂ ਨਾਲੀਆਂ ਚੋਂ ਬਾਹਰ ਨਹੀਂ ਨਿਕਲ ਸਕੇ ਵੀ ਉਹ ਪੱਕੀਆਂ ਕਰਾ ਦਿਆਂਗੇ, ਪੱਕੀਆਂ ਕਰਾ ਦਿਆਂਗੇ, 5 ਵਾਰ 6 ਵਾਰ ਇੱਕ ਬੰਦਾ ਜਿੱਤਿਆ ਹੋਵੇ ਇੱਕ ਹਲਕੇ ਤੋਂ ਤੇ ਗੱਲ 5 ਵਾਰੀਆਂ ਤੋਂ ਇੱਕੋ ਜੀ ਚੱਲਦੀ ਹੋਵੇ, ਪਿੰਡਾਂ ਦਾ ਵਿਕਾਸ ਕਰਾਂਗੇ। 20 ਸਾਲ ਪਹਿਲਾਂ ਵੀ ਕਹਿੰਦੇ ਸੀ ਗਲੀਆਂ ਨਾਲੀਆਂ ਪੱਕੀਆਂ ਕਰਾਂਗੇ, ਜਦੋਂ ਹੁਣ ਵੋਟਾਂ ਮੰਗਣਾ ਹੈ ਗਲੀਆਂ ਨਾਲੀਆਂ ਪੱਕੀਆਂ ਕਰਾਂਗੇ। ਵੀ ਤੁਸੀਂ ਕਿਹੜੀਆਂ ਸੋਨੇ ਦੀਆਂ ਇੱਟਾਂ ਲਾਉਣ ਲੱਗ ਪਏ? ਪਤਾ ਨਹੀਂ, ਸਮਝ ਨਹੀਂ ਆਇਆ ਅੱਜ ਤਾਈਂ। ਅਸੀਂ ਤਾਂ ਇਹ ਜਿਹੜੀਆਂ ਲੋਕਾਂ ਨੂੰ ਮੁੱਖ ਸਹੂਲਤਾਂ ਚਾਹੀਦੀਆਂ ਨੇ, ਪੀਣ ਵਾਲਾ ਪਾਣੀ ਅਸੀਂ ਨਹੀਂ ਪਿੰਡ ਪਹੁੰਚਾ ਸਕੇ, ਸੀਵਰੇਜ ਦਾ ਕੰਮ ਅਸੀਂ ਨਹੀਂ ਪਿੰਡ ਦੇ ਵਿੱਚ ਕਰਾ ਸਕੇ, ਹੋਰ ਜਿਹੜੀਆਂ ਲੋਕਾਂ ਨੂੰ ਰਹਿਣ ਦੇ ਲਈ ਚੀਜ਼ਾਂ ਚਾਹੀਦੀਆਂ ਨੇ ਉਹ ਉਹਨਾਂ ਨੂੰ ਅਸੀਂ ਨਹੀਂ ਮੁਹੱਈਆ ਕਰਵਾ ਸਕੇ। ਤੇ ਫਿਰ ਅਸੀਂ ਕਾਦੇ ਲਈ ਸੀ? ਮੈਨੂੰ ਇਹ ਨਹੀਂ ਸਮਝ ਆਇਆ। ਨਿਆਣਾ ਤੁਹਾਨੂੰ ਇਹ ਕਹੂਗਾ ਅੰਕਲ ਅਕਲ ਕਰਿਆ ਕਰੋ, ਤੇ ਮੈਂ ਉਹਨੂੰ ਕਹੂੰਗਾ ਨਾ ਪਤਾ ਐ ਨਹੀਂ ਕਹੀਦਾ ਸਾਬਕਾ ਵਿਧਾਇਕ। ਜੀ ਬਿਲਕੁਲ। ਹਾਂ, ਤੇ ਆਪਾਂ ਚੱਲੀਏ ਹੁਣ ਟਾਣਾ ਸਾਹਿਬ। ਬਾਕੀ ਗੱਲ ਹੈਗੀ ਇਦਾਂ ਕਿ ਥੋੜਾ ਜਿਹਾ ਤੁਸੀਂ ਵੀ ਸਾਨੂੰ ਜ਼ਰੂਰ ਦੱਸਿਓ ਵੀ ਜਿਹੜੇ ਤੁਹਾਡੇ ਸਾਬਕਾ ਵਿਧਾਇਕ ਸਾਹਿਬ ਸੀਗੇ, ਉਹਨਾਂ ਨੇ ਤੁਹਾਡੇ ਪਿੰਡ ਦੇ ਲਈ, ਤੁਹਾਡੀ ਗਲੀ ਦੇ ਲਈ, ਤੁਹਾਡੇ ਘਰਾਂ ਦੇ ਲਈ ਕੀ ਕੰਮ ਕੀਤਾ ਸੀ ਤੇ ਤੁਹਾਨੂੰ ਕੀ ਦੁੱਖ ਹੈ ਕਿ ਉਹ ਹਾਰ ਕਿਉਂ ਗਏ? ਇਹਦੇ ਬਾਰੇ ਚ ਜ਼ਰੂਰ ਦੱਸੋ। ਬਿਲਕੁਲ ਸਹੀ ਗੱਲ, ਪਰ ਇੱਕ ਗੱਲ ਇਹ ਵੀ ਆ ਵੀ ਸਾਰੇ ਸਾਬਕਾ ਵਿਧਾਇਕ ਵੀ ਗਲਤ ਨਹੀਂ। ਬਿਲਕੁਲ ਸਹੀ ਹੈ। ਬਹੁਤ ਸਾਰੇ ਇਹੋ ਜਿਹੇ ਜਿਨ੍ਹਾਂ ਨੇ ਇਮਾਨਦਾਰੀ ਨਾਲ ਕੰਮ ਕੀਤਾ, ਪਰ ਜਿਨ੍ਹਾਂ ਨੇ ਚੰਗੇ ਤੋਂ ਉਲਟ ਕੰਮ ਕੀਤੇ ਅਸੀਂ ਉਹਨਾਂ ਦੀ ਬਾਤ ਪਾਈ ਹੈ। ਬਿਲਕੁਲ ਸਹੀ ਹੈ। ਤੇ ਬਾਕੀ ਹੁਣ ਅਸੀਂ ਚੱਲਦੇ ਆਂ, ਪ੍ਰਤੀਕਿਰਿਆ ਦੀ ਸਾਨੂੰ ਉਡੀਕ ਰਹੇਗੀ, ਤੁਸੀਂ ਜ਼ਰੂਰ ਸਾਡੇ ਤੇ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।